ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਵਰਸਵਤੀ ਸਰਬਦਾ ਬਰਨ ਸਵੇਤ ਸੁਖ ਕੰਦ ਤਰੜ ਆਂਗੁਰੀ ਬੀਨ ਸੋ ਬੰਦੋ ਦਵੈ ਕਰ ਬੰਦ ਸ੍ਰੀ ਸਵਰਸਵਤੀ ਸਰਬਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਸਤਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਪਿਛਲੇ ਦਿਨਾਂ ਵਿੱਚ ਚੋਜੀ ਪ੍ਰੀਤਮ ਸਰਬੰਸਦਾਨੀ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੁਰਬਾਨੀਆਂ ਦੇ ਇਤਿਹਾਸ ਦੀ ਕਥਾ, ਚਮਕੌਰ ਸਾਹਿਬ ਜੀ ਦੇ ਯੁੱਧ ਦੀ ਕਥਾ, ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਕਿਵੇਂ ਛੱਡਿਆ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਤਕਰੀਬਨ ਪਿਛਲੇ 10 ਦਿਨ ਵਿੱਚ ਆਪਾਂ ਸਰਵਣ ਕੀਤਾ। ਇਹ ਲੜੀਵਾਰ ਕਥਾ ਰੋਕ ਕਰਕੇ ਅਤੇ ਇਤਿਹਾਸਕ ਦਿਨ ਸਨ, ਸ਼ਹੀਦੀ ਦਿਹਾੜੇ ਸਨ, ਇਸ ਕਰਕੇ ਸੰਗਤਾਂ ਦੇ ਹੁਕਮ ਨਾਲ ਇਹ ਸ਼ਹੀਦੀ ਸਾਕਿਆਂ ਦੀ ਕਥਾ ਹੋਈ ਹੈ। ਜਿੱਥੋਂ ਆਪਾਂ ਕਥਾ ਛੱਡੀ ਸੀ, ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੇ ਅੰਦਰ ਜੋ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਰਹਿਮਤਾਂ ਵਰਤਾਈਆਂ ਨੇ, ਆਪਾਂ ਜੋ ਮੌਲਵੀ ਜੀ ਦਾ ਸੱਚੇ ਪਾਤਸ਼ਾਹ ਜੀ ਨੇ ਉਧਾਰ ਕੀਤਾ ਹੈ, 8ਵਾਂ ਅਧਿਆਇ ਜਿਹੜਾ ਸੀ ਇਹ ਸੰਪੂਰਨ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਨੇ ਜਦੋਂ ਵੇਖਿਆ ਕਿ ਗੋਪਾਲ ਪੰਡਤ ਜੀ ਨੇ ਜਿਹੜਾ ਹੈ ਗੋਪਾਲ ਪਾਂਧਾ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ, ਸਗੋਂ ਬਹੁਤ ਸ਼ਰਧਾ ਵਾਲੇ ਬਚਨ ਕਹੇ ਕਿ ਇਹ ਤਾਂ ਬਿਨਾਂ ਪੜ੍ਹਾਏ ਪੜ੍ਹ ਰਹੇ ਅਬਰ ਪੜ੍ਹਾਵਣਹਾਰ, ਇਹ ਤਾਂ ਵਿੱਦਿਆ ਦੇ ਜਨਮਦਾਤਾ ਨੇ, ਅਸੀਂ ਇਹਨਾਂ ਨੂੰ ਪੜ੍ਹਾ ਨਹੀਂ ਸਕਦੇ, ਤਾਂ ਸਾਰੇ ਸੰਸਾਰ ਨੂੰ ਪੜ੍ਹਾਉਣ ਆਏ ਹੈ। ਫਿਰ ਮੌਲਵੀ ਜੀ ਦੇ ਕੋਲ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਲੈ ਕਰਕੇ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਏਡੇ ਮਹਿੰਗੇ ਫਾਰਸੀ ਦੇ ਸ਼ਬਦ ਸਤਿਗੁਰੂ ਜੀ ਉਚਾਰਨ ਕਰਦੇ ਹੈ ਕਿ ਮੌਲਵੀ ਜੀ ਹੈਰਾਨ ਹੋ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮੁਖੜੇ ਤੋਂ ਪਵਿੱਤਰ ਬਚਨ ਸੁਣ ਕੇ ਤਲਵੰਡੀ ਵਾਸੀ ਬਹੁਤ ਅਚਰਜ ਹੁੰਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣਨ ਲਈ ਕਈ ਆ ਜਾਂਦੇ ਹੈ, ਸਤਿਗੁਰੂ ਜੀ ਦਾ ਦਰਸ਼ਨ ਕਰਨ ਲਈ ਕਈ ਆ ਜਾਂਦੇ ਹੈ, ਇਵੇਂ ਬੜਾ ਪਿਆਰ ਕਰਦੇ ਹੈ। ਸਤਿਗੁਰਾਂ ਜੀ ਨੇ ਵੇਖਿਆ ਕਿ ਸਾਨੂੰ ਇਹ ਬਹੁਤ ਜ਼ਿਆਦਾ ਸਾਰੇ ਜਿਹੜੇ ਹੈ ਉਹ ਪ੍ਰੇਮ ਕਰਦੇ ਹੈ, ਹਰ ਕੋਈ ਸਾਡੇ ਵੱਲ ਖਿੱਚਿਆ ਚਲਿਆ ਆਉਂਦਾ ਹੈ। ਆਪਣਾ ਆਪ ਸਤਿਗੁਰਾਂ ਜੀ ਨੇ ਫਿਰ ਛਪਾਉਣ ਲਈ ਐਸਾ ਕੌਤਕ ਵਰਤਾਇਆ। ਮਹਾਰਾਜ ਜੀ ਉਦਾਸ ਚਿੱਤ ਸਤਿਗੁਰੂ ਜੀ ਜਦੋਂ ਘਰ ਵਿੱਚ ਬਰਾਜ ਗਏ ਹੈ, ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਫਿਰ ਮਹਾਰਾਜ ਦੇ ਪਿਤਾ ਜੀ ਬੜੇ ਉਪਚਾਰ ਕੀਤੇ, ਮੌਲਵੀ ਜੀ ਨੂੰ ਨਾਲ ਲੈ ਕਰਕੇ ਆਏ। ਜੋ ਮੌਲਵੀ ਜੀ ਦਾ ਨਾਮ ਨੂਰਦੀਨ ਜਿਹੜਾ ਹੈ ਕਰਕੇ ਆਉਂਦਾ ਹੈ, ਤੋ ਭੁਲੇਖੇ ਨਾਲ ਗਲਤੀ ਕਰਕੇ ਜਿਹੜਾ ਹੈ ਕੁਤਬਦੀਨ ਨਾਮ ਜਿਹੜਾ ਸੀ ਇਹ ਪਿਛਲੇ ਅਧਿਆਇ ਵਿੱਚ ਜਦੋਂ ਕਥਾ ਹੋਈ ਸੀ ਉਹ ਲਿਆ ਗਿਆ ਸੀ। ਅਤੇ ਮਹਾਂਪੁਰਖਾਂ ਦੇ ਪ੍ਰੇਮੀ ਗੁਰਮੁਖ ਕਥਾ ਸੁਣਦੇ ਹੈ, ਉਹ ਬੜੇ ਨਿਯਮ ਨਾਲ ਕਥਾ ਸੁਣਦੇ, ਇਸ ਕਰਕੇ ਉਹਨਾਂ ਨੇ ਵੀ ਦਾਸ ਨੂੰ ਇਹ ਚੇਤੇ ਕਰਾਇਆ ਹੈ ਕਿ ਨੂਰਦੀਨ ਮੌਲਵੀ ਜੀ ਦਾ ਨਾਮ ਸੀਗਾ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਵੀ ਕਥਾ ਵਿੱਚ ਨੂਰਦੀਨ ਹੀ ਜਿਹੜਾ ਹੈ ਉਹ ਜ਼ਿਕਰ ਕੀਤਾ ਹੈ। ਇਉਂ ਗਲਤੀ ਦੀ ਆਪ ਸੰਗਤ ਨੇ ਮੁਆਫੀ ਬਖਸ਼ਣੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਫਿਰ ਮੌਲਵੀ ਜੀ ਦਾ ਉਧਾਰ ਕੀਤਾ ਹੈ, ਸੱਚੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਬਚਨ ਨਹੀਂ ਸੀਗੇ ਕਰਦੇ ਅਤੇ ਮੌਲਵੀ ਜੀ ਨੇ ਆ ਕਰਕੇ ਬੜੇ ਯਤਨ ਕੀਤੇ, ਅਖੀਰ ਕਿਹਾ ਖੁਦਾ ਦਾ ਵਾਸਤਾ ਜੇ ਜ਼ਰੂਰ ਬੋਲੋ। ਜਦੋਂ ਨਿਰੰਕਾਰ ਦਾ ਵਾਸਤਾ ਪਾਇਆ, ਸੱਚੇ ਪਾਤਸ਼ਾਹ ਜੀ ਉੱਠ ਬੈਠੇ, ਕਿਹਾ ਇਸ ਨੂਰਦੀਨ ਕਾਜੀ ਨੇ, ਇਸ ਮੌਲਵੀ ਨੇ ਕਿ ਨਾਨਕ ਜੀ ਤੁਸੀਂ ਇੰਨਾ ਉਪਰਾਮ ਕਿਉਂ ਹੋ ਗਏ ਹੋ, ਤੁਹਾਨੂੰ ਕੀ ਵਜ੍ਹਾ ਹੋਈ ਹੈ, ਕੀ ਕਾਰਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਪਰਮੇਸ਼ਰ ਦਾ ਨਾਮ ਨਹੀਂ ਅਸੀਂ ਜਪਿਆ, ਵਾਹਿਗੁਰੂ ਦੇ ਨਾਮ ਦੇ ਜਪਣ ਦਾ ਬਹੁਤ ਥੋੜ੍ਹਾ ਸਮਾਂ
ਇਸ ਕਰਕੇ ਭਜਨ ਵਿੱਚ ਆਪਣਾ ਚਿੱਤ ਜੋੜਦੇ ਸੰਸਾਰ ਤੋਂ ਉਪਰਾਮਤਾ ਧਾਰਨ ਕੀਤੀ ਹੈ। ਤੇ ਤਿਸ ਸਮੇਂ ਮੌਲਵੀ ਜੀ ਨੇ ਆਖਿਆ ਕਿ ਤਾਂ ਬਿਰਧ ਅਵਸਥਾ ਵਿੱਚ ਜਾ ਕਰਕੇ ਇਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਮੇਰੇ ਵਰਗੇ ਨੂੰ ਇਹੋ ਜਿਹੇ ਜਿਹੜੇ ਬਚਨ ਉਹ ਸੋਚਣੇ ਚਾਹੀਦੇ ਆ। ਤੁਹਾਡੀ ਤਾਂ ਅਜੇ ਜਵਾਨੀ ਹੈ, ਜਿਹੜਾ ਹੈ ਤੁਸੀਂ ਇਹੋ ਜਿਹੀਆਂ ਗੱਲਾਂ ਅਜੇ ਨਾ ਕਰੋ। ਆਪਣੇ ਪਰਿਵਾਰ ਵਿੱਚ ਹੱਸੋ ਖੇਡੋ, ਵਿਆਹ ਕਾਰਜ ਹੋਵੇਗਾ, ਜ਼ਿੰਦਗੀ ਦੇ ਸੁੱਖ ਮਾਣੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹ ਬਚਨ ਕਹੇ ਸੀ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਇਜ਼ਰਾਇਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਇਹ ਸੱਚੇ ਪਾਤਸ਼ਾਹ ਜੀ ਨੇ ਫਿਰ ਮੌਲਵੀ ਜੀ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਤੇ ਮੌਲਵੀ ਜੀ ਸੱਚੇ ਪਾਤਸ਼ਾਹ ਤੋਂ ਉਪਦੇਸ਼ ਪਾ ਕਰਕੇ ਨਿਹਾਲ ਹੋਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸੰਸਾਰ ਨਾਸ਼ਵੰਤ ਦਿਖਾਇਆ। ਵਾਹਿਗੁਰੂ ਦਾ ਨਾਮ ਸਦਾ ਰਹਿਣ ਵਾਲਾ ਹੈ। ਜੀਵ ਕੋਲ ਬਹੁਤ ਥੋੜ੍ਹਾ ਸਮਾਂ, 100 ਸਾਲ ਦੀ ਜ਼ਿੰਦਗੀ ਵਿੱਚ ਸਤਿਗੁਰਾਂ ਜੀ ਨੇ ਉਹ ਸਾਰਾ ਗਿਣਾਇਆ ਕਿ ਕਿੰਨਾ ਚਿਰ ਜੀਵ ਕੋਲ ਹੈ 100 ਸਾਲ ਦੀ ਜ਼ਿੰਦਗੀ ਵਿੱਚ ਭਜਨ ਵਾਸਤੇ। ਤੇ ਜੇ ਵੀ ਫਿਰ ਵੀ ਆਲਸ ਕਰੇ ਤੇ ਫਿਰ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨਾ, ਆਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਬਾਣੀ ਦੇ ਅੰਦਰ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਜਿੰਨਾ ਚਿਰ ਤੇਰੀ ਬਾਣੀ ਵਿੱਚ ਜ਼ੋਰ ਵੈ, ਤੂੰ ਵਾਹਿਗੁਰੂ ਦਾ ਭਜਨ ਕਰ ਲੈ, ਪਰਮੇਸ਼ਰ ਦਾ ਨਾਮ ਜਪ ਲੈ। ਇਸ ਕਰਕੇ ਇਹ ਸਤਿਗੁਰਾਂ ਜੀ ਦੇ ਕੋਲੋਂ ਜਦੋਂ ਸਿੱਖਿਆ ਪਾਈ ਤੇ ਮੌਲਵੀ ਜੀ ਦਾ ਅਗਿਆਨ ਦਾ ਹਨੇਰਾ ਸਾਰਾ ਹਜ਼ੂਰ ਨੇ ਕੱਟ ਦਿੱਤਾ। ਅੰਦਰ ਉਹਨਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੇਰਾ ਮਨ ਤਾਂ ਹਾਥੀ ਦੀ ਨਿਆਈ ਹੈ, ਸ਼੍ਰੀ ਗੁਰੂ ਜੀ ਦਾ ਉਪਦੇਸ਼ ਕੁੰਡੇ ਦੀ ਨਿਆਈ ਹੋ ਕਰਕੇ ਤੇ ਮੇਰੇ ਅਮੋੜ ਮਨ ਰੂਪੀ ਹਾਥੀ ਨੂੰ ਮੋੜ ਲਿਆ ਹੈ ਗੁਰੂ ਜੀ ਦੇ ਸ਼ਬਦ ਰੂਪੀ ਕੁੰਡੇ ਨੇ। ਇਉਂ ਸਤਿਗੁਰਾਂ ਜੀ ਦੇ ਅਧੀਨ ਹੋ ਕਰਕੇ ਨਮਸਕਾਰ ਕੀਤੀ ਤੇ ਮੌਲਵੀ ਜੀ ਸਾਰੀ ਜ਼ਿੰਦਗੀ ਭਜਨ ਵਿੱਚ ਬਤੀਤ ਕੀਤੀ ਤੇ ਅੰਤ ਦੇ ਸਮੇਂ ਉੱਚ ਪਦਵੀ ਨੂੰ ਪ੍ਰਾਪਤ ਕੀਤਾ, ਅੱਲਾ ਦੀ ਸਾਖਿਆਤਤਾ ਪਾਈ। ਇਹ ਪ੍ਰਸੰਗ ਆਪਾਂ ਜਿਹੜਾ ਸੀ 8ਵਾਂ ਅਧਿਆਇ ਇਹ ਸਰਵਣ ਕੀਤਾ ਸੀਗਾ। ਅੱਗੇ ਜਿਵੇਂ 9ਵੇਂ ਅਧਿਆਇ ਵਿੱਚ ਕਥਾ ਆ ਰਹੀ ਹੈ, ਆਓ ਮਨ ਚਿੱਤ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸ਼੍ਰੀ ਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਰਸਵਤੀ ਸਰਬਦਾ। ਕਵੀ ਭਾਈ ਸੰਤੋਖ ਸਿੰਘ ਜੀ 9ਵਾਂ ਅਧਿਆਇ ਆਰੰਭ ਕਰਦੇ ਹੋਏ ਬਾਣੀ ਦੀ ਦੇਵੀ ਸਾਰਦਾ ਦਾ ਮੰਗਲਾਚਰਨ ਕਰਦੇ ਹਨ। ਸ਼੍ਰੀ ਜੋ ਸ਼੍ਰੋਮਣੀ ਹੈ ਸਰਸਵਤੀ ਸਾਰਦਾ ਸਰਬਦਾ ਸਦਾ ਹੀ। ਵਰਨ ਸਵੇਤ ਸੁਖ ਕੰਦ। ਜਿਸ ਦਾ ਵਰਨ ਰੰਗ ਜਿਹੜਾ ਉਹ ਸਵੇਤ ਰੰਗ ਦਾ ਹੈ, ਚਿੱਟੇ ਰੰਗ ਦਾ, ਉੱਜਲ ਰੰਗ ਵੈ ਤੇ ਸਦਾ ਹੀ ਜੋ ਸੁਖ ਦਾ ਮੂਲ ਰੂਪ ਹੈ। ਤਰਲ ਆਂਗੁਰੀ ਬੀਨ ਸੋ। ਜਿਹੜੀ ਬੀਣਾ ਹੈ ਕਹਿੰਦੇ ਆ ਜਿਹੜੀ ਬਾਣੀ ਦੀ ਦੇਵੀ ਸਾਰਦਾ ਏ, ਇਹਦੇ ਹੱਥ ਵਿੱਚ ਬੀਣਾ ਰੂਪੀ ਇੱਕ ਸਾਜ਼ ਹੁੰਦਾ ਹੈ ਤੇ ਉਸ ਸਾਜ਼ ਦੇ ਉੱਤੇ ਬਹੁਤ ਚੰਚਲ ਹੋ ਕਰਕੇ ਬੜੀ ਜਿਹੜੀ ਹੈ ਕਾਹਲੀ ਦੇ ਨਾਲ ਉਂਗਲਾਂ ਜਿਹੜੀਆਂ ਹਨ ਨਾ ਬੜੀ ਛੇਤੀ ਦੇ ਨਾਲ ਉਸ ਬੀਣਾ ਰੂਪੀ ਸਾਜ਼ ਦੇ ਉੱਤੇ ਚੱਲਦੀਆਂ ਹਨ। ਬੰਦੋ ਦਵੈ ਕਰ ਬੰਦ। ਕਹਿੰਦੇ ਨੇ ਬਾਣੀ ਦੀ ਦੇਵੀ ਸਾਰਦਾ ਨੂੰ ਮੈਂ ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕਰਦਾ ਹਾਂ। ਇਹ ਕਵੀਆਂ ਦੀ ਮਰਿਆਦਾ ਦਾ ਮੰਗਲ ਹੁੰਦਾ ਹੈ। ਕਵੀਰਾਜ ਦੀ ਜਿਹੜੇ ਇਸ਼ਟ ਉਹ ਸਾਰਦਾ ਦੇਵੀ ਨਹੀਂ, ਸਾਰਦਾ ਜਿਹੜੀ ਹੈ ਉਹ ਬਾਣੀ ਦੀ ਦੇਵੀ ਨਹੀਂ, ਪਰ ਫਿਰ ਵੀ ਜਿਹੜਾ ਹੈ ਕਵੀਰਾਜ ਇਹ ਕਵ ਮਰਿਆਦਾ ਦਾ ਮੰਗਲ ਕਰਦੇ ਹੈ, ਅਤੀ ਸਤਿਕਾਰ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਨਮਨ ਕਰਦੇ ਹੈ। ਕਵੀਰਾਜ ਜੀ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੱਚੇ ਪਾਤਸ਼ਾਹ ਜੀ ਦੀ ਵੀ ਬਾਣੀ ਦਾ
ਜਿਹੜਾ ਹੈ ਮੰਗਲਾਚਰਨ ਕਵਿਰਾਜ ਕਰਦੇ ਹੋਏ ਇਉਂ ਹੀ ਨਮਸਕਾਰ ਕਰਦੇ ਹੈ। ਇਸ ਪ੍ਰਕਾਰ ਇਹ ਕਵ ਮਰਿਆਦਾ ਦਾ ਮੰਗਲ ਕਰਦਿਆਂ ਹੋਇਆਂ ਕਹਿੰਦੇ ਨੇ, ਜਿਸ ਸਾਰਦਾ ਦੇ ਹੱਥ ਵਿੱਚ ਬੀਣਾ ਪਕੜੀ ਹੋਈ ਹੈ ਤੇ ਬੜੀ ਹੀ ਜਿਹੜਾ ਹੈ ਉਹ ਚੰਚਲਤਾ ਦੇ ਨਾਲ ਉਂਗਲਾਂ ਉਸ ਬੀਣਾ ਦੇ ਉੱਤੇ ਚੱਲਦੀਆਂ ਹਨ, ਉਸ ਬਾਣੀ ਦੀ ਦੇਵੀ ਨੂੰ ਮੇਰੀ ਨਮਸਕਾਰ ਹੈ। ਸ੍ਰੀ ਬਾਲਾ ਸੰਧੁਰ ਵਾਚ। ਸ੍ਰੀ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ। ਜਾਉ ਪਈ ਕਾਲੂ ਬਹਰੋ ਕੀਨ ਵਿਚਾਰਾ। ਬਾਬਾ ਕਾਲੂ ਜੀ ਨੇ ਬਹਰੋ ਫਿਰ ਵਿਚਾਰ ਕਰਨਾ ਕੀਤਾ। ਜਗ ਪਵੀਤ ਦੇਨ ਹਿਤ ਧਾਰਾ। ਕਿ ਜਿਹੜਾ ਜਗ ਪਵੀਤ ਜੰਨੂ ਹੈ ਉਹ ਆਪਣੇ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਉਹ ਧਾਰਨ ਕਰਾਉਣਾ ਚਾਹੀਦਾ ਹੈ। ਇਸ ਗੱਲ ਦਾ ਜਿਹੜਾ ਮਨ ਦੇ ਅੰਦਰ ਖਿਆਲ ਕਰਨਾ ਕੀਤਾ ਪ੍ਰੇਮ ਨਾਲ। ਪ੍ਰੋਹਿਤ ਜੋ ਤਿਹ ਕੋ ਹਰਦਿਆਲਾ। ਜੋ ਪੰਡਤ ਹਰਦਿਆਲ ਜੀ ਪ੍ਰੋਹਿਤ ਹਨ ਬਾਬਾ ਕਾਲੂ ਜੀ ਦੇ ਘਰ ਦੇ, ਸੋ ਬੁਲਾਏ ਲੀਨੋ ਤਤਕਾਲਾ। ਉਹਨਾਂ ਨੂੰ ਬੜੀ ਛੇਤੀ ਦੇ ਨਾਲ ਤੇ ਸਮੇਂ ਬੁਲਾ ਲੈਣਾ ਕੀਤਾ ਬਾਬਾ ਕਾਲੂ ਜੀ ਨੇ। ਔਰ ਅਬਲਾਖਾ ਸਕਲ ਸੁਨਾਈ। ਆਪਣੀ ਜਿਹੜੀ ਅਬਲਾਖਾ ਸੀ ਇੱਛਾ ਉਹ ਸਾਰੀ ਪੰਡਤ ਹਰਦਿਆਲ ਜੀ ਦੇ ਤਾਈਂ ਸੁਣਾਉਣਾ ਕੀਤੀ। ਛਤਰੀ ਰੀਤ ਕਰੋ ਦਵਿਜਰਾਈ। ਇਹ ਦਵਿਜਰਾਈ ਭਾਵ ਪੰਡਤ ਦੇ ਰਾਜਾ ਸਰੂਪ ਪੰਡਤਾਂ ਦੇ ਸ਼੍ਰੋਮਣੀ ਪੰਡਤ ਪੰਡਤ ਹਰਦਿਆਲ ਜੀ, ਜੋ ਛਤਰੀ ਧਰਮ ਦੀ ਰੀਤ ਮਰਿਆਦਾ ਹੈ ਉਹ ਤੁਸੀਂ ਕਰਨਾ ਕਰੋ। ਸੁਣ ਕਰ ਬਚ ਅਸ ਦਵਿਜ ਹਰਦਿਆਲੂ। ਇਹੋ ਜੇ ਬਚਨ ਸੁਣ ਕਰਕੇ ਪੰਡਤ ਹਰਦਿਆਲ ਜੀ ਕਹਿਓ ਸੌਜ ਸਭ ਆਨ ਬਿਸਾਲੂ। ਕਹਿਣ ਲੱਗੇ ਸਾਰੀ ਸਮੱਗਰੀ ਚਾਹੀਦੀ ਹੈ ਤੇ ਉਹ ਸਾਰੀ ਸਮੱਗਰੀ ਜਿਹੜੀ ਹੈ ਤੁਸੀਂ ਫਿਰ ਲਿਆਉਣਾ ਕਰੋ। ਸੁਭ ਬਾਸੁਰ ਸੋ ਦੀਨ ਬਤਾਈ। ਜਿਹੜਾ ਸ਼ੁਭ ਦਿਨ ਸੀ ਨਾ ਜੰਨੂ ਧਾਰਨ ਕਰਨ ਦਾ ਉਹ ਪੰਡਤ ਹਰਦਿਆਲ ਜੀ ਨੇ ਦੱਸਣਾ ਕੀਤਾ। ਕਰ ਆਰੰਭ ਜਿਉ ਅਦਕ ਵਡਾਈ। ਤੇ ਇਉਂ ਬਹੁਤ ਜ਼ਿਆਦੀ ਜਿਹੜੀ ਸੀ ਵਡਿਆਈ ਦੇ ਸਹਿਤ, ਜਿਵੇਂ ਬਹੁਤ ਭਾਰੀ ਵਡਿਆਈ ਹੋਵੇ ਉਸ ਤਰ੍ਹਾਂ ਸਾਰੇ ਕਾਰਜ ਦੀ ਕਹਿੰਦੇ ਆਰੰਭਤਾ ਕਰੋ। ਦਿਜਬਰ ਤੇ ਸੁਨ ਕਰ ਤਬ ਕਾਲੂ। ਤਦੋਂ ਬਾਬਾ ਕਾਲੂ ਜੀ ਸ੍ਰੇਸ਼ਟ ਪੰਡਤ ਪੰਡਤ ਹਰਦਿਆਲ ਜੀ ਦੇ ਕੋਲੋਂ ਸੁਣ ਕਰਕੇ ਸਭ ਸੰਭਾਰਨ ਆਨ ਉਤਾਲੂ। ਬੜੀ ਕਾਲੀ ਦੇ ਨਾਲ ਸਾਰੀ ਸਮੱਗਰੀ ਜਿਹੜੀ ਸੀ ਲਿਆਉਣਾ ਕੀਤੀ। ਭੋਜਨ ਹੇਤ ਅੰਨ ਇਕਠਾਈ। ਤੇ ਭੋਜਨ ਵਾਸਤੇ ਜਿਹੜਾ ਅੰਨ ਮੈਂ ਉਹ ਇੱਕ ਥਾਂ ਤੇ ਇਕੱਠਾ ਕੀਤਾ। ਆਮਿਖ ਕਾਰਨ ਛਾਂਗ ਮੰਗਾਈ। ਤੇ ਉਹਨਾਂ ਸਮਿਆਂ ਵਿੱਚ ਜਦੋਂ ਜੰਨੂ ਦੇ ਧਾਰਨ ਕਰਨ ਦੀ ਰਸਮ ਕੀਤੀ ਜਾਂਦੀ ਸੀਗੀ ਤੇ ਉਦੋਂ ਸਤਿਗੁਰਾਂ ਜੀ ਨੇ ਬਾਣੀ ਵਿੱਚ ਕਿਹਾ ਨਾ, ਕੋਹੇ ਬੱਕਰਾ ਨੇ ਖਾਇਆ। ਤੇ ਇਹ ਆਮਿਖ ਮਾਸ ਦੇ ਕਾਰਨ ਕਰਕੇ ਜਿਹੜਾ ਛਾਂਗ ਬੱਕਰਾ ਸੀ ਉਹ ਮੰਗਾਉਣਾ ਕੀਤਾ। ਜੋ ਛਤਰੀ ਕਾਲੂ ਕੇ ਗਿਆਤੀ। ਜਿਹੜੇ ਛਤਰੀ ਬਾਬਾ ਕਾਲੂ ਜੀ ਦੇ ਰਿਸ਼ਤੇਦਾਰ ਹਨ, ਇਹ ਛਤਰੀ ਧਰਮ ਦੇ ਅੰਦਰ ਜਿਹੜਾ ਹੈ ਇਸ ਤਰ੍ਹਾਂ ਇਹ ਜਿਹੜੀ ਹੈ ਚਲੀ ਆਉਂਦੀ ਸੀਗੀ ਰੀਤ। ਤੋ ਬਾਬਾ ਕਾਲੂ ਜੀ ਦੇ ਜਿਹੜੇ ਰਿਸ਼ਤੇਦਾਰ ਹਨ ਛਤਰੀ ਸਾਰੇ, ਸਭਨ ਅਮੰਤੂ ਦੀਨੋ ਖਿਆਤੀ। ਤੇ ਪ੍ਰਗਟ ਹੀ ਸਾਰਿਆਂ ਦੇ ਤਾਈਂ ਫਿਰ ਜਿਹੜਾ ਨਿਮੰਤਰਣ ਸੀ ਨਾ ਸੱਦਾ ਪੱਤਰ ਉਹ ਦੇਣਾ ਕੀਤਾ ਮਿਥੇ ਹੋਏ ਦਿਨ ਦਾ। ਔਰ ਜੇ ਨਗਰ ਵਿਪਰ ਬਰ ਰਹੀ। ਹੋਰ ਨਗਰਾਂ ਵਿੱਚ ਜਿਹੜੇ ਬਰ ਸ੍ਰੇਸ਼ਟ ਬ੍ਰਾਹਮਣ ਰਹਿੰਦੇ ਹਨ ਬੜੇ ਮਹਾਨ। ਵੇਦਨ ਵਿਦ ਕੇ ਬੇਤਾ ਅਹੀ। ਜਿਹੜੇ ਵੇਦਾਂ ਦੀ ਵਿਧੀ ਦੇ ਜਾਣੂ ਹਨ ਸਾਰੇ ਹੀ ਕਿ ਵੇਦਾਂ ਦਾ ਕੀ ਉਪਦੇਸ਼ ਹੈ, ਵੇਦਾਂ ਦੇ ਸਾਰ ਅੰਸ਼ ਨੂੰ ਜਿਹੜੇ ਜਾਣਨ ਵਾਲੇ ਹਨ। ਦਇਓ ਅਮੰਤੂ ਸਭਨ ਪੁਕਾਰੀ। ਸਾਰਿਆਂ ਨੂੰ ਬੁਲਾਵਾ ਭੇਜਿਆ ਹੈ, ਇਹ ਨਿਮੰਤਰਣ ਦਿੱਤਾ, ਸੱਦਾ ਪੱਤਰ ਦਿੱਤਾ ਏ। ਆਏ ਕਾਲੂ ਧਾਮ ਮਝਾਰੀ। ਤੇ ਆਏ ਫਿਰ ਮਿਥੇ ਹੋਏ ਦਿਨ ਦੇ ਉੱਤੇ ਸਾਰੇ ਇਕੱਠੇ ਹੋ ਕਰਕੇ ਬਾਬਾ ਕਾਲੂ ਜੀ ਦੇ ਘਰ ਵਿੱਚ ਗੋਮੈ ਸੋ ਲੇਪਨ ਛਿਤ ਕਰਕੇ। ਤੇ ਗਊ ਦੇ ਗੋਹੇ ਨਾਲ ਜਿਹੜਾ ਸੀ ਗੋਬਰ ਨਾਲ ਸਾਰਾ ਜਿਹੜੀ ਧਰਤੀ ਸੀ ਉਹ ਥਾਂ ਜਿੱਥੇ ਇਹ ਰਸਮ ਕਰਨੀ ਹੈ ਤੇ ਉਹ ਸਾਰਾ ਲੇਪਣ ਕੀਤਾ ਗਿਆ। ਪੂਰਿਓ ਚੌਂਕ ਹਰਖ ਔਰ ਧਰ ਕੇ। ਸੋਹਣਾ ਜਿਹੜਾ ਚਨੁਕਰਾ ਥਾਂ ਸੀ ਨਾ ਉਹ ਸਾਰਾ ਇਸ ਪ੍ਰਕਾਰ ਪੂਰਨਾ ਕੀਤਾ, ਭਾਵ ਬੜਾ ਸੋਹਣਾ ਬਣਾਉਣਾ ਕੀਤਾ, ਉਹਨੂੰ ਸਜਾਉਣਾ ਕੀਤਾ। ਉੱਪਰ ਥੋੜ੍ਹਾ ਜਿਹਾ ਥੜਾ ਰੂਪ ਹੁੰਦਾ ਹੈ
ਜਿਸ ਨੂੰ ਸਾਰਾ ਚੰਗੀ ਤਰ੍ਹਾਂ ਉੱਚਾ ਬਣਾਇਆ ਏ। ਹਰਖ ਔਰ ਧਰ ਕੈ ਬੜਾ ਹਰਖ ਜਿਹੜਾ ਖੁਸ਼ੀ ਹਿਰਦੇ ਵਿੱਚ ਧਾਰਨ ਕਰਕੇ ਸ੍ਰੀ ਨਾਨਕ ਜੀ ਪੁਨ ਬੁਲਵਾਏ। ਜਦੋਂ ਸਾਰੀ ਤਿਆਰੀ ਹੋ ਗਈ ਨਾ ਤੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬੁਲਾਉਣਾ ਕੀਤਾ। ਇਹ ਜਿਹੜਾ ਸੀ 4 ਛਫੇਰੇ ਚੌ ਨੁਕਰਾ ਇਹ ਸਾਰਾ ਬਣਾਉਂਦੇ ਐ ਤੇ 4 ਛਫੇਰੇ ਹੀ ਚੌਹਾਂ ਪਾਸਿਆਂ ਦੇ ਉੱਤੇ ਸਾਰੇ ਛਤਰੀ ਰਿਸ਼ਤੇਦਾਰ ਬੈਠੇ ਹੋਏ ਐ। ਬਹੁਤ ਸਾਰੇ ਜਿਹੜੇ ਐ ਪੰਡਤ ਮਹਾਨ ਵਿਦਿਆ ਦੇ ਜਾਣੂ ਉਹ ਬੈਠੇ ਹੋਏ ਐ। ਵੇਦਾਂ ਦੇ ਗਿਆਨ ਦੇ ਜਿਹੜੇ ਐ ਬੇਤੇ ਉਹ ਬੈਠੇ ਹੋਏ ਆ। ਸਾਰੇ ਪੰਡਤ ਹਰਦਿਆਲ ਜੀ ਆ ਗਏ। ਸਾਰੀ ਸਮੱਗਰੀ ਜਿਹੜੀ ਆ ਉਹ ਲੈ ਆਂਦੀ ਹੈ ਤੇ ਸ੍ਰੀ ਗੁਰੂ ਜੀ ਨੂੰ ਫਿਰ ਬੁਲਾਇਆ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਂਦੇ ਹਨ ਦਵਿਜ ਬਾਹਜ ਕੇ ਬੀਚ ਬਿਸਾਏ ਤੇ ਜਿਹੜੇ ਦਿਜ ਬ੍ਰਾਹਮਣ ਹਨ ਤੇ ਖੱਤਰੀ ਹਨ ਉਹਨਾਂ ਦੇ ਵਿੱਚ ਲਿਆ ਕੇ ਸੱਚੇ ਪਾਤਸ਼ਾਹ ਜੀ ਨੂੰ ਬਿਠਾਉਣਾ ਕੀਤਾ। ਜਿਉ ਉਡਗਨ ਕੀ ਸਭਾ ਮਝਾਰਾ ਇਉਂ ਕਵਿਰਾਜ ਕਹਿੰਦੇ ਨੇ ਕਿ ਜਿਵੇਂ ਉਡਗਨ ਤਾਰਿਆਂ ਦੀ ਸਭਾ ਦੇ ਅੰਦਰ ਜਾਵਹਿ ਪੂਰਨ ਇੰਦ ਉਦਾਰਾ ਪੂਰਨਮਾਸ਼ੀ ਦਾ ਸ੍ਰੇਸ਼ਟ ਚੰਦਰਮਾ ਜਿਵੇਂ ਜਾਂਦਾ ਹੈ। ਸ਼ੋਭਾ ਸੰਯੁੰਤ ਤਿਉ ਤਹ ਜਾਈ। ਹਾਂਜੀ ਸੋਭਾ ਸੰਯੁੰਤ ਤਿਉ ਤਹ ਜਾਈ। ਸੋਭਾ ਦੇ ਸਹਿਤ ਤਿਉ ਤਿਸ ਥਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਜਾ ਕਰਕੇ ਜਿਹੜੇ ਉਡਗਨ ਤਾਰਿਆਂ ਦੀ ਨਿਆਈ ਉਹ ਤਾਂ ਬ੍ਰਾਹਮਣ ਤੇ ਛਤਰੀ ਸੋਭ ਰਹੇ ਐ। ਸ੍ਰੀ ਗੁਰੂ ਜੀ ਦਾ ਪ੍ਰਤਾਪ ਚੰਦਰਮਾ ਦੀ ਤਰ੍ਹਾਂ ਸੋਭ ਰਿਹਾ ਹੈ। ਜਿਵੇਂ ਤਾਰਿਆਂ ਦੀ ਸਭਾ ਦੇ ਅੰਦਰ ਚੰਦਰਮਾ ਆ ਜਾਵੇ ਨਾ ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੋਭਾ ਹੋਈ ਹੈ ਜਦੋਂ ਸ੍ਰੀ ਗੁਰੂ ਜੀ ਤਿਸ ਥਾਂ ਦੇ ਅੰਦਰ ਜਿਹੜਾ ਹੈ ਆ ਕਰਕੇ ਸਜੇ ਹਨ। ਵੈਸੇ ਬੀਚ ਸਭਾ ਸੁਖਦਾਈ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ ਸਾਰੀ ਲੱਗੀ ਹੋਈ ਸਭਾ ਦੇ ਵਿੱਚ ਮਹਾਰਾਜ ਬੈਠ ਗਏ। ਛਤਰਨ ਰੀਤ ਜੋ ਹੁਤੀ ਪੁਰਾਤਨ ਜਿਹੜੀ ਛਤਰੀਆਂ ਦੀ ਰੀਤ ਸੀਗੀ ਪੁਰਾਤਨ ਤੇ ਆਦ ਸਮੇਂ ਤੋਂ ਚੱਲਦੀ ਆ ਰਹੀ ਸੋ ਕੀਨੀ ਦਿਜਵਰ ਸਭ ਭੰਤਨ ਸਾਰੇ ਤਰੀਕਿਆਂ ਦੇ ਨਾਲ ਪੰਡਤ ਹਰਦਿਆਲ ਜੀ ਨੇ ਉਹ ਸਾਰੀ ਜਿਹੜੀ ਸੀ ਰੀਤੀ ਕਰਨਾ ਕੀਤੀ ਜਿਹੜੀ ਮੁੱਢ ਤੋਂ ਚਲੀ ਆ ਰਹੀ ਹੈ ਪੁਰਾਣੀ। ਕੁਲ ਆਚਾਰ ਸਿਖਾਵਨ ਲਾਗਾ ਫਿਰ ਜਦੋਂ ਕੁਲ ਦੇ ਆਚਾਰ ਕਰਤੱਵ ਜਿਹੜੇ ਸੀ ਜਦੋਂ ਪੰਡਤ ਹਰਦਿਆਲ ਜੀ ਸਿਖਾਉਣ ਲੱਗੇ ਸ੍ਰੀ ਗੁਰੂ ਜੀ ਨੂੰ ਪੁਨ ਪਾਵਨ ਜਨੂ ਅਨੁਰਾਗਾ ਤੇ ਫਿਰ ਜਨੂ ਦੇ ਪਾਉਣ ਵਾਸਤੇ ਪੰਡਤ ਜੀ ਜਦੋਂ ਤਿਆਰ ਹੋਏ ਪ੍ਰੇਮ ਦੇ ਸਹਿਤ ਜਗਤ ਵਿਮੋਚਨ ਲੋਚਨ ਚਾਰੂ ਸੱਚੇ ਪਾਤਸ਼ਾਹ ਜੀ ਜੋ ਜਗਤ ਦੇ ਦੁੱਖਾਂ ਨੂੰ ਵਿਮੋਚਨ ਕੱਟਣ ਵਾਲੇ ਐ ਸੁੰਦਰ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਿਤਵਤ ਕੀਨੀ ਮੋਖ ਉਦਾਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਤਿਗੁਰੂ ਜੀ ਸਾਹਮਣੇ ਸਜੇ ਐ ਪੰਡਤ ਹਰਦਿਆਲ ਜੀ ਸੋਚਣ ਲੱਗੇ ਮਨ ਦੇ ਅੰਦਰ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਹੋ ਕਰਕੇ ਜਦੋਂ ਜੰਨੂ ਧਾਰਨ ਕਰਵਾਉਣ ਲੱਗੇ ਆ ਇਸੇ ਪ੍ਰਕਾਰ ਹੀ ਚਿਤਵਤ ਕੀਨੀ ਮੋਖ ਉਦਾਰੂ ਜਿਹੜੀ ਉਦਾਰੂ ਸ੍ਰੇਸ਼ਟ ਮੋਖ ਮੁਕਤੀ ਹੈ ਇਹ ਤੇ ਸਮੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪੰਡਤ ਨੂੰ ਦੇਣ ਲਈ ਜਿਹੜਾ ਹੈ ਮਨ ਵਿੱਚ ਵਿਚਾਰਨਾ ਕੀਤਾ। ਬੂਝਤ ਭੇ ਦਵਿਜ ਮੋਹੇ ਸੁਨਾਵੋ ਸੱਚੇ ਪਾਤਸ਼ਾਹ ਜੀ ਮਹਾਰਾਜ ਪੁੱਛਣ ਲੱਗੇ ਪੰਡਤ ਜੀ ਸਾਨੂੰ ਦੱਸਣਾ ਕਰੋ ਕਿਸ ਕਾਰਨ ਤੇ ਜੰਨੂ ਪਾਵੋ ਕਿਹੜੇ ਕਾਰਨ ਕਰਕੇ ਤੁਸੀਂ ਸਾਨੂੰ ਇਹ ਜੰਨੂ ਜਿਹੜਾ ਹੈ ਪਹਿਨਾ ਰਹੇ ਹੋ ਕੌਣ ਅਦਕਤਾ ਜਾਂ ਕੇ ਪਾਏ ਇਹਦੇ ਪਾਉਣ ਦੇ ਨਾਲ ਜਿਹੜਾ ਹੈ ਉਹ ਕੀ ਵਾਧਾ ਹੁੰਦਾ ਹੈ ਭਾਵ ਕੀ ਪ੍ਰਾਪਤ ਹੁੰਦਾ ਏ ਕਿਸ ਪਦਵੀ ਇਹੋ ਦੇਤ ਪੁਚਾਏ ਤੇ ਕਿਹੜੀ ਪਦਵੀ ਨੂੰ ਫਿਰ ਇਹ ਜੰਨੂ ਜਿਹੜਾ ਪਹੁੰਚਾ ਦਿੰਦਾ ਏ ਪਹਿਰੇ ਬਿਨਾ ਨੂਨ ਤਾਜੂ ਤੇ ਜਿਹੜੇ ਨਾ ਪਹਿਰੀਏ ਪਹਿਰਨ ਤੋਂ ਬਿਨਾ ਭਾਵ ਜੇ ਨਾ ਪਹਿਨਣਾ ਕਰੀਏ ਤੇ ਕੀ ਘਾਟਾ ਪੈਂਦਾ ਹੈ ਕੀ ਜਿਹੜਾ ਹੈ ਉਹ ਨੁਕਸਾਨ ਹੁੰਦਾ ਏ ਦਿਜਬਰ ਮੋਹ ਸਮਝਾਏ ਸੋ ਤੇ ਉਹ ਸਾਨੂੰ ਪੰਡਤ ਜੀ ਤੁਸੀਂ ਸ੍ਰੇਸ਼ਟ ਹੋ ਸਾਨੂੰ ਇਹ ਸਾਰੀ ਗੱਲ ਜਿਹੜੀ ਹੈ ਚੰਗੀ ਤਰ੍ਹਾਂ ਸਮਝਾਉਣਾ ਕਰੋ ਜੇ ਜੰਨੂ ਪਾਈਏ ਤਾਂ ਪ੍ਰਾਪਤ ਕੀ ਹੁੰਦਾ ਹੈ ਲਾਭ ਕੀ ਹੁੰਦਾ ਹੈ ਉਸ ਦਾ ਤੇ ਜੇ ਨਾ ਪਾਈਏ ਤਾਂ ਨੁਕਸਾਨ ਕੀ ਹੁੰਦਾ ਹੈ ਕੀ ਉਹਦੇ ਨਾਲ ਜਿਹੜਾ ਹੈ ਘਾਟਾ ਪੈਂਦਾ ਹੈ ਇਹ ਸਾਨੂੰ ਤੁਸੀਂ ਪੰਡਤ ਜੀ ਸਮਝਾਉਣਾ ਕਰੋ। ਸੁਨ ਹਰਦਿਆਲ ਚੌਂਪ ਚਿਤ ਚਮਕੀ ਸੁਣ ਕਰਕੇ ਪੰਡਤ ਹਰਦਿਆਲ ਜੀ ਦੇ ਨਾ
ਚਿੱਤ ਦੀ ਇੱਛਾ ਜਿਹੜੀ ਆ ਬੜੀ ਪ੍ਰਬਲ ਹੋਈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਅਵਤਾਰ ਹੋਇਆ ਸੀ ਸਤਿਗੁਰਾਂ ਜੀ ਦਾ, ਉਦੋਂ ਪੰਡਤ ਹਰਦਿਆਲ ਜੀ ਜਾਣਦੇ ਸਨ ਕਿ ਸ੍ਰੀ ਗੁਰੂ ਜੀ ਕੁੱਲ ਹੀ ਆਲਮ ਦਾ ਭਲਾ ਕਰਨ ਲਈ ਆਏ ਆ, ਗਰੀਬ ਨਵਾਜ। ਤੇ ਜਦੋਂ ਸਤਿਗੁਰਾਂ ਜੀ ਨੇ ਅੱਗੋਂ ਇਹ ਬਚਨ ਪੁੱਛਿਆ ਤੇ ਪੰਡਤ ਹਰਦਿਆਲ ਜੀ ਦੇ ਸਗੋਂ ਮਨ ਦੇ ਅੰਦਰ ਬੜੀ ਇੱਛਾ ਜਾਗੀ ਹੈ ਕਿ ਮਹਾਰਾਜ ਸਾਹਿਬ ਜੀ ਮੈਨੂੰ ਜਿਹੜਾ ਹੈ ਉਹ ਕਰਤਾਰਥ ਕਰ ਦੇਣਗੇ। ਇੱਛਾ ਕਰਤ ਮੋਹ ਭ੍ਰਮ ਕਮ ਕੀ, ਤੇ ਆਪਣੇ ਅੰਦਰੋਂ ਮੋਹ ਦੇ ਭਰਮ ਨੂੰ ਨਾਸ਼ ਕਰਨ ਲਈ ਇੱਛਾ ਕਰਦੇ ਹੈ ਪੰਡਤ ਹਰਦਿਆਲ ਜੀ ਕਿ ਮੇਰੇ ਅੰਦਰੋਂ ਮੋਹ ਰੂਪੀ ਹਨੇਰੇ ਨੂੰ ਸੱਚੇ ਪਾਤਸ਼ਾਹ ਜੀ ਨਾਸ਼ ਕਰ ਦੇਣ। ਫਿਰ ਪੜੋ। ਇੱਛਾ ਕਰਤ ਮੋਹ ਭ੍ਰਮ ਕਮ ਕੀ, ਤੇ ਮੋਹ ਰੂਪੀ ਭਰਮ ਨੂੰ ਨਾਸ਼ ਕਰਨ ਵਾਸਤੇ ਇੱਛਾ ਕਰਦੇ ਹਨ। ਪੂਰਬ ਆਸ ਸੁਨਨ ਉਪਦੇਸ਼ੂ, ਤੇ ਪਹਿਲੋਂ ਦੀ ਆਸ ਹੈ ਪੰਡਤ ਜੀ ਦੇ ਹਰਦਿਆਲ ਜੀ ਦੇ ਮਨ ਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਸੁਣਨ ਦੀ। ਬਣੀ ਸੋ ਵਿਦ ਅਬ ਮਿਟੇ ਕਲੇਸ਼ੂ, ਤੇ ਹੁਣ ਸੋਚਦੇ ਕਿ ਉਹ ਵਿਧੀ ਹਾਨ ਬਣੀ ਹੈ, ਮੇਰੇ ਦੁੱਖ ਸਾਰੇ ਹੀ ਕਲੇਸ਼ ਮਿਟ ਜਾਣਗੇ। ਪੰਡਤ ਹਰਦਿਆਲ ਜੀ ਤਾਂ ਅੱਗੇ ਹੀ ਇੱਛਾ ਕਰਦੇ ਸੀ, ਜਦੋਂ ਸ੍ਰੀ ਗੁਰੂ ਜੀ ਦਾ ਨਾਮ ਕਰਨ ਕਰਕੇ ਆਪਣੇ ਘਰ ਨੂੰ ਵਾਪਸ ਪਰਤਦੇ ਪਏ ਸਨ, ਉਦੋਂ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਸੀ ਪੰਡਤ ਹਰਦਿਆਲ ਜੀ ਨੇ। ਆਪਾਂ ਸੁਣਿਆ ਪਿੱਛੇ ਕਥਾ ਵਿੱਚ, ਪਰਮੇਸ਼ਰ ਨੂੰ ਧਿਆਉਂਦੇ ਹੋਏ ਕਹਿੰਦੇ ਨੇ, ਹੇ ਭਗਵਾਨ ਮੇਰੀ ਉਮਰ ਉਦੋਂ ਤੱਕ ਰੱਖ ਲੈ ਜਦੋਂ ਤੱਕ ਕਿ ਇਹ ਆਪਣੇ ਮੁਖ ਤੋਂ ਬਚਨ ਬੋਲਣ ਲੱਗ ਜਾਣ ਤੇ ਮੈਂ ਇਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਸਦਗਤੀ ਨੂੰ ਪ੍ਰਾਪਤ ਕਰਾਂ, ਮੇਰਾ ਵੀ ਭਲਾ ਇਹਨਾਂ ਦੇ ਹੱਥੋਂ ਹੋਵੇ। ਇਸ ਕਰਕੇ ਮੇਰੀ ਜ਼ਿੰਦਗੀ ਓਨੀ ਕਿ ਪਰਮੇਸ਼ਰ ਹੀ ਈਸ਼ਵਰ ਬਖਸ਼ ਦੇ। ਤੇ ਇਹ ਪੰਡਤ ਹਰਦਿਆਲ ਜੀ ਦੇ ਮਨ ਵਿੱਚ ਐਡੀ ਭਾਰੀ ਇੱਛਾ ਏ। ਤੇ ਜਦੋਂ ਸ੍ਰੀ ਗੁਰੂ ਜੀ ਨੇ ਪ੍ਰਸ਼ਨ ਕੀਤਾ, ਸੋਚਦੇ ਤਾਂ ਉਹ ਵਿਧ ਬਣ ਗਈ ਹੈ, ਹੁਣ ਮੇਰੇ ਉਪਦੇਸ਼ ਲੈਣ ਦਾ ਸਮਾਂ ਆ ਗਿਆ ਏ। ਜਾਣਤ ਜਾਣ ਮਹਾਤਮ ਗੁਰ ਕੋ, ਜਾਣਦੇ ਹਨ ਭਾਵੇਂ ਜਿਹੜੇ ਇਹ ਪੰਡਤ ਹਰਦਿਆਲ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਮਹਾਤਮ ਨੂੰ, ਕਿਉਂਕਿ ਪੰਡਤ ਹਰਦਿਆਲ ਜੀ ਨੇ ਆਪਣੀ ਵਿਦਿਆ ਦੀ ਗਣਨਾ ਕਰਕੇ ਕਿਹਾ ਸੀ ਕਿ ਕੋਈ ਵੀ ਪੀਰ ਪੈਗੰਬਰ ਇਹਨਾਂ ਦੇ ਬਰਾਬਰ ਨਹੀਂ ਹੈ। ਇਹ ਤਾਂ ਆਪ ਖਾਮਦ ਨੇ, ਮਾਲਕ ਨੇ ਸਾਰੀ ਕਾਇਨਾਤ ਦੇ। ਪੰਡਤ ਹਰਦਿਆਲ ਜੀ ਉਹ ਹਨ ਜਿਹੜੇ ਸਤਿਗੁਰੂ ਜੀ ਦੀ ਮਹਿਮਾ ਨੂੰ ਜਾਣਦੇ ਨੇ। ਬੋਲਿਓ ਤਦਪ ਹਰਨ ਤਮ ਉਰ ਕੋ, ਤਾਂ ਵੀ ਆਪਣੇ ਹਿਰਦੇ ਦਾ ਅਗਿਆਨ ਰੂਪੀ ਹਨੇਰਾ ਨਾਸ਼ ਕਰਨ ਲਈ ਪੰਡਤ ਹਰਦਿਆਲ ਜੀ ਬੋਲੇ। ਦਿਜ ਛਤਰੀ ਕੋ ਧਰਮ ਜੋ ਧਰਈ, ਕਹਿਣ ਲੱਗੇ, ਹੇ ਨਾਨਕ ਜੀ ਜਿਹੜੇ ਬ੍ਰਾਹਮਣ ਦਾ ਤੇ ਛਤਰੀ ਦਾ ਧਰਮ ਧਾਰਨ ਕਰਦੇ ਆ, ਜਗ ਉਪਵੀਤ ਸੋ ਪਾਵਨ ਕਰੀ, ਉਹ ਜੰਜੂ ਨੂੰ ਜਗ ਉਪਵੀਤ ਭਾਵ ਜੰਜੂ ਨੂੰ ਪਾਉਣਾ ਕਰਦੇ ਆ, ਭਾਵ ਉਹਨਾਂ ਲਈ ਜ਼ਰੂਰੀ ਹੈ ਜੰਜੂ ਦਾ ਪਹਿਨਣਾ। ਜਾਵਦ ਰੀਤ ਨਾ ਅਸ ਅਨੁਸਾਰੀ, ਜਿੰਨਾ ਚਿਰ ਇਸ ਰੀਤੀ ਦੇ ਅਨੁਸਾਰੀ ਨਹੀਂ ਹੁੰਦੇ, ਭਾਵ ਜਿੰਨਾ ਚਿਰ ਜੰਜੂ ਨਹੀਂ ਪਹਿਨਦੇ। ਤਾਵਦ ਨਹਿ ਚੌਕੇ ਅਧਿਕਾਰੀ, ਉਦੋਂ ਤੱਕ ਚੌਂਕੇ ਵਿੱਚ ਜਾਣ ਦਾ, ਜਿੱਥੇ ਲੰਗਰ ਪ੍ਰਸ਼ਾਦ ਬਣਦਾ ਹੈ, ਅਧਿਕਾਰੀ ਨਹੀਂ ਹੈ ਉਹ ਹੁੰਦਾ, ਉਹ ਜਾ ਨਹੀਂ ਸਕਦਾ ਹੈ ਚੌਂਕੇ ਅੰਦਰ। ਦਵਿਜ ਬਾਹਜ ਕੋ ਇਸ ਬਿਨ ਧਰਮਾ, ਤੇ ਪੰਡਤ ਦਾ, ਬ੍ਰਾਹਮਣ ਦਾ ਅਤੇ ਛਤਰੀ ਦਾ ਇਸ ਜੰਜੂ ਤੋਂ ਬਿਨਾਂ ਜਿਹੜਾ ਧਰਮ ਹੈ, ਰਹਿਤ ਨਹੀਂ ਬੂਝੋ ਇਹ ਮਰਮਾ, ਇਹ ਭੇਦ ਜਾਣਨਾ ਕਰੋ, ਉਹ ਧਰਮ ਰਹਿੰਦਾ ਨਹੀਂ ਹੈ। ਫਿਰ ਜੇ ਜੰਜੂ ਧਾਰਨ ਨਾ ਕਰੇ ਬ੍ਰਾਹਮਣ, ਤੇ ਬ੍ਰਾਹਮਣ ਧਰਮ ਵਿੱਚ ਪ੍ਰਪੱਕ ਨਹੀਂ ਹੋ ਸਕਦਾ। ਛਤਰੀ ਜਿਹੜਾ ਜੰਜੂ ਧਾਰਨ ਨਾ ਕਰੇ ਤੇ ਉਹ ਧਰਮ ਵਿੱਚ ਪ੍ਰਪੱਕ ਨਹੀਂ ਹੋ ਸਕਦਾ ਹੈ। ਇਸ ਗੱਲ ਦੇ ਭੇਦ ਨੂੰ ਜਾਣਨਾ ਕਰੋ, ਸਮਝਣਾ ਕਰੋ। ਇਹ ਪੰਡਤ ਹਰਦਿਆਲ ਜੀ ਕਹਿੰਦੇ ਆ ਸ੍ਰੀ ਗੁਰੂ ਜੀ ਨੂੰ, ਵੇਦਨ ਵਿਦ ਸੋ ਜਬ ਗਰ ਪਾਵਹਿ, ਜਦੋਂ ਵੇਦ ਵਿੱਚ ਦੱਸੀ ਹੋਈ ਵਿਧੀ ਦੇ ਮੁਤਾਬਕ, ਤਰੀਕੇ ਦੇ ਮੁਤਾਬਕ ਜਦੋਂ ਪ੍ਰਾਣੀ ਗਲ ਵਿੱਚ ਜੰਜੂ ਪਾਉਂਦਾ ਏ, ਦਵਿਜ ਬਾਹਜ ਨਿਜ ਧਰਮ ਹੈ ਆਵਹਿ, ਉਦੋਂ ਬ੍ਰਾਹਮਣ ਤੇ ਖੱਤਰੀ ਆਪਣੇ ਧਰਮ ਵਿੱਚ ਆ ਜਾਂਦਾ ਹੈ, ਧਰਮ ਵਿੱਚ ਪਰਪੱਕ ਹੋ ਜਾਂਦਾ ਏ। ਸੁਨ ਪ੍ਰੋਧਾ ਕੇ ਬਚਨ ਕਿਰਪਾਲਾ, ਕਿਰਪਾਲੂ ਸਤਿਗੁਰੂ ਜੀ ਸੁਣ ਕਰਕੇ ਪੁਰੋਹਿਤ ਪੰਡਤ ਹਰਦਿਆਲ ਜੀ ਦੇ ਇਹ ਬਚਨ, ਕਮਲ ਬਦਨ ਕਹਿ ਗਿਰਾ ਰਸਾਲਾ, ਸੱਚੇ ਪਾਤਸ਼ਾਹ ਜੀ ਆਪਣੇ ਕਮਲ ਸ੍ਰੀ ਕੇ ਮੁਖੜੇ ਤੋਂ ਰਸਾਲਾ ਰਸ ਵਾਲੀ ਬਾਣੀ ਸਤਿਗੁਰੂ ਜੀ ਕਹਿਣ ਲੱਗੇ। ਦਵਿਜ ਬਾਹਜ ਕੋ ਧਰਮ ਜੋ ਆਹੀ, ਸੱਚੇ ਪਾਤਸ਼ਾਹ ਜੀ ਕਹਿੰਦੇ ਐ ਪੰਡਤ ਜੀ, ਬ੍ਰਾਹਮਣ ਦਾ ਤੇ ਛਤਰੀ ਦਾ ਜੋ ਧਰਮ ਹੈ, ਘਰ ਮੈਂ ਪਾਏ ਸੂਤ ਰਹਾਹੀ, ਤੇ ਇਹ ਗਲ ਵਿੱਚ ਪਿਆ ਹੋਇਆ ਸੂਤ ਜਿਹੜਾ ਧਾਗੇ ਦਾ ਜੰਜੂ,
ਇਹ ਤਾਂ ਗਲ ਵਿੱਚ ਹੀ ਪਿਆ ਰਹਿੰਦਾ ਏ। ਕਿਦੋ ਸੋ ਕਰਮ ਕਰੇ ਤੇ ਰਹੀ। ਤਾਂ ਕਿ ਜਾਂ ਬ੍ਰਾਹਮਣ ਵਾਲੇ ਕਰਮ ਕਰਨ ਨਾਲ ਬ੍ਰਾਹਮਣ ਦਾ ਧਰਮ ਰਹਿੰਦਾ ਹੈ, ਕਿ ਜਾਂ ਛਤਰੀ ਵਾਲੇ ਕਰਮ ਕਰਨ ਤੇ ਫਿਰ ਛਤਰੀ ਦਾ ਧਰਮ ਰਹਿੰਦਾ ਹੈ। ਮਹਾਰਾਜ ਕਹਿੰਦੇ ਐ ਇਹ ਜੰਝੂ ਪਾਉਣ ਨਾਲ ਧਰਮ ਰਹਿੰਦਾ ਹੈ ਕਿ ਜਾਂ ਛਤਰੀ ਦੇ ਕਰਮ ਕਰਨ ਨਾਲ ਛਤਰੀ ਧਰਮ ਨਿਭਦਾ ਹੈ। ਜੰਝੂ ਪਾ ਛੱਡੇ ਤੇ ਜਦੋਂ ਕੋਈ ਜ਼ੁਲਮ ਕਰਨ ਨੂੰ ਜ਼ਾਲਮ ਚੜ੍ਹ ਕੇ ਆ ਜੇ ਤੇ ਫਿਰ ਤਾਂ ਉਹਦਾ ਮੁਕਾਬਲਾ ਨਾ ਕਰੇ, ਫਿਰ ਕਾਹਦਾ ਛਤਰੀ ਹੈ। ਤੇ ਜੇ ਵਿੱਦਿਆ ਪੜ੍ਹੀ ਨਹੀਂ ਤੇ ਵਿੱਦਿਆ ਕਿਸੇ ਨੂੰ ਪੜ੍ਹਾਈ ਨਹੀਂ ਤੇ ਫਿਰ ਜਿਹੜਾ ਉਹ ਬ੍ਰਾਹਮਣ ਕਾਹਦਾ ਹੈ। ਇਕੱਲਾ ਜੰਝੂ ਪਾਉਣ ਨਾਲ ਬ੍ਰਾਹਮਣ ਹੈ। ਸਤਿਗੁਰੂ ਜੀ ਇਉਂ ਪੁੱਛਦੇ ਐ ਪੰਡਤ ਹਰਦਿਆਲ ਜੀ। ਫਿਰ ਪਿੱਛੋਂ ਦੋ ਪੰਕਤੀਆਂ ਪੜੋ। ਦਵਿਜ ਬਾਹਜ ਕੋ ਧਰਮ ਜੋ ਆਹੀ। ਮਹਾਰਾਜ ਕਹਿੰਦੇ ਜਿਹੜਾ ਬ੍ਰਾਹਮਣ ਦਾ ਤੇ ਛਤਰੀ ਦਾ ਧਰਮ ਜੋ ਹੈਗਾ ਹੈ, ਗਰ ਮੇ ਪਾਏ ਸੂਤ ਰਹਾਹੀ। ਤੇ ਗਲ ਵਿੱਚ ਪਿਆ ਹੋਇਆ ਇਹ ਸੂਤ ਧਾਗੇ ਦਾ ਜੰਝੂ ਰੱਖਣ ਨਾਲ ਰਹਿੰਦਾ ਹੈ। ਕਿਦੋ ਸੋ ਕਰਮ ਕਰੇ ਤੇ ਰਹੀ। ਤੇ ਕਿਦੋਂ ਜਾਂ ਬ੍ਰਾਹਮਣ ਦੇ ਕਰਮ ਕਰਨ ਨਾਲ ਬ੍ਰਾਹਮਣ ਦਾ ਧਰਮ ਰਹਿੰਦਾ ਹੈ, ਛਤਰੀ ਦਾ ਛਤਰੀ ਵਾਲੇ ਕਰਮ ਕਰਨ ਨਾਲ ਧਰਮ ਰਹਿੰਦਾ ਹੈ, ਅਥਵਾ ਜਾਂ ਸ਼ੁਭ ਕਰਮ ਕਰਨ ਦੇ ਨਾਲ ਧਰਮ ਰਹਿੰਦਾ ਏ। ਦਇਆ ਆਦ ਜੇ ਸ਼ੁਭ ਨਿਰਬਹੀ। ਜਿਹੜੇ ਦਇਆ ਆਦਿਕ ਸ਼ੁਭ ਕਰਮ ਹਨ ਜਿਹੜੇ ਨਿਭਾਉਣੇ ਚਾਹੀਦੇ, ਭਾਵ ਰੱਖਣੇ ਚਾਹੀਦੇ ਐ। ਪਾਏ ਸੂਤ ਗਰ ਕਰਤ ਕੁਕਰਮਾ। ਜੇ ਗਲ ਵਿੱਚ ਸੂਤ ਪਾ ਕੇ ਧਾਗੇ ਦਾ ਜੰਝੂ ਪਾ ਕਰਕੇ ਮਹਾਰਾਜ ਕਹਿੰਦੇ ਪੰਡਤ ਜੀ ਕੁਕਰਮ ਕਰੇ, ਵਿਵਚਾਰ ਕਰਨਾ ਕਰੇ। ਧਨ ਹਿਤ ਹਿੰਸਾ ਧਰੋਹ ਅਧਰਮਾ। ਧਨ ਦੀ ਪ੍ਰਾਪਤੀ ਵਾਸਤੇ ਹਿੰਸਾ ਕਰੇ, ਗਲੇ ਕੱਟੀ ਜਾਵੇ, ਧਰੋਹ ਕਰੇ, ਧੋਖਾ ਕਰੇ ਤੇ ਅਧਰਮ ਕਰ ਦੇਵੇ। ਜਿਹੜਾ ਧਰਮ ਆਗਿਆ ਨਹੀਂ ਦਿੰਦਾ ਉਹ ਵੀ ਕਰਮ ਕਰ ਦੇਵੇ, ਭਾਵ ਅਧਰਮ ਕਰ ਦੇਵੇ। ਅੰਤ ਪ੍ਰਯੰਤ ਦੁਸ਼ਟਤਾ ਧਾਰੇ। ਤੇ ਮਹਾਰਾਜ ਕਹਿੰਦੇ ਭਾਈ ਅੰਤ ਤੱਕ ਜਿਹੜੀ ਆ ਦੁਸ਼ਟਤਾ ਹੀ ਧਾਰਨ ਕਰ ਛੱਡੇ। ਝੂਠ ਪਿਛਨਤਾ ਚਿਤ ਹਿਤਕਾਰੇ। ਤੇ ਝੂਠ ਬੋਲਣਾ, ਚੁਗਲੀ ਕਰਨੀ ਤੇ ਇਸ ਪ੍ਰਕਾਰ ਫਿਰ ਪੜੋ। ਝੂਠ ਪਿਛਨਤਾ ਚਿਤ ਹਿਤਕਾਰੇ। ਤੇ ਚਿੱਤ ਦੇ ਅੰਦਰ ਇਹਨਾਂ ਨਾਲ ਹਿਤਕਾਰੇ ਪ੍ਰੇਮ ਕਰਨਾ ਕਰੇ। ਝੂਠ ਬੋਲੇ, ਚੁਗਲੀ ਕਰਕੇ ਕਿਸੇ ਦੀ ਲੜਾਈ ਪਵਾਵੇ, ਕਿਸੇ ਦਾ ਕੰਮ ਖਰਾਬ ਕਰੇ, ਇਹਨਾਂ ਵਿੱਚ ਹੀ ਬਾਹਲਾ ਹਿਤ ਪ੍ਰੇਮ ਧਾਰਨ ਕਰ ਛੱਡੇ। ਜੋ ਖੱਤਰੀ ਦਵਿਜ ਕਿਦੋ ਰੰਡਾਲਾ। ਨਹੀਂ ਫਿਰ ਪੜੋ। ਜੋ ਖੱਤਰੀ ਦਵਿਜ ਕਿਦੋ ਰੰਡਾਲਾ। ਚੰਡਾਲਾ। ਫਿਰ ਪੜੋ। ਜੋ ਖੱਤਰੀ ਦਵਿਜ ਕਿਦੋ ਚੰਡਾਲਾ। ਮਹਾਰਾਜ ਕਹਿੰਦੇ ਉਹ ਖੱਤਰੀ ਤੇ ਦਿਜ ਬ੍ਰਾਹਮਣ ਕਿ ਜਾਂ ਚੰਡਾਲ ਹੈ। ਸਹੇ ਜਾਏ ਜਮ ਦੰਡ ਵਿਸਾਲਾ। ਮਹਾਰਾਜ ਕਹਿੰਦੇ ਭਾਵੇਂ ਚੰਡਾਲ ਹੈ, ਭਾਵੇਂ ਖੱਤਰੀ ਹੈ, ਭਾਵੇਂ ਬ੍ਰਾਹਮਣ ਹੈ, ਜਿਹੜੇ ਇਹ ਕਰਮ ਕੀਤੇ ਨਾ ਬੁਰੇ, ਉਹਨਾਂ ਨੂੰ ਮਹਾਰਾਜ ਕਹਿੰਦੇ ਸਹਿਣੀਆਂ ਪੈਂਦੀਆਂ ਹਨ ਸਜ਼ਾ। ਫਿਰ ਪੜੋ ਇਹ ਪੰਕਤੀ। ਸਹੇ ਜਾਏ ਜਮ ਦੰਡ ਵਿਸਾਲਾ। ਜਮ ਦਾ ਦੰਡ ਜਿਹੜਾ ਨਾ, ਜਮ ਦੀ ਸਜ਼ਾ, ਉਹ ਜਾ ਕਰਕੇ ਸਹਿਣ ਕਰਦਾ, ਚਾਹੇ ਉਹ ਚੰਡਾਲ ਹੈ, ਚਾਹੇ ਉਹ ਖੱਤਰੀ ਹੈ, ਤੇ ਚਾਹੇ ਇਸ ਪ੍ਰਕਾਰ ਬ੍ਰਾਹਮਣ ਹੈ। ਕੌਣ ਜਨੇਊ ਤੇ ਫਲ ਦੀਨਾ। ਮਹਾਰਾਜ ਕਹਿੰਦੇ ਦੱਸੋ ਪੰਡਤ ਜੀ ਜੰਝੂ ਦੇ ਧਾਰਨ ਕਰਨ ਦਾ ਉਹਨੂੰ ਕੀ ਫਲ ਮਿਲਿਆ। ਇਹ ਧਾਗੇ ਦੇ ਜੰਝੂ ਨੇ ਉਹਨੂੰ ਕੀ ਫਲ ਦਿੱਤਾ ਏ। ਪਾਇਓ ਨਰਕ ਇਹਾਂ ਅਗ ਕੀਨਾ। ਇੱਥੇ ਅਗ ਪਾਪ ਕੀਤੇ ਤੇ ਪੈ ਗਿਆ ਫਿਰ ਨਰਕਾਂ ਦੇ ਅੰਦਰ। ਸੁਨ ਕਰ ਬਚ ਦਿਜਬਰ ਜੇ ਬੈਸੇ। ਜਿਹੜੇ ਬੜੇ ਸ੍ਰੇਸ਼ਟ ਬ੍ਰਾਹਮਣ ਸਾਰੇ ਹੀ ਵਿਦਿਆ ਦੇ ਜਿਹੜੇ ਧਨੰਤਰ ਮੰਨੇ ਜਾਂਦੇ ਆ, ਉਹ ਬੈਠੇ ਹਨ ਜਿਹੜੇ ਵੇਦਾਂ ਦੇ ਬੜੇ ਗਿਆਤੇ ਹਨ। ਉਹਨਾਂ ਜਦੋਂ ਸੁਣਿਆ ਸ੍ਰੀ ਗੁਰੂ ਜੀ ਦੇ ਬਚਨਾਂ ਨੂੰ, ਭਏ ਮਸਟ ਕੁਛ ਆਵ ਨਾ ਜੈਸੇ। ਸਾਰੇ ਇਉਂ ਚੁੱਪ ਕਰ ਗਏ ਜਿਵੇਂ ਗੱਲ ਹੀ ਨਹੀਂ ਕੋਈ ਆਉਂਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਗਰੀਬ ਨਵਾਜ ਨੇ ਕਿਹਾ ਹੈ ਵੀ ਹੁਣ ਯਥਾਰਥ ਬਚਨ ਮਹਾਰਾਜ ਦਾ ਕਿਹਾ ਹੋਇਆ। ਪੰਡਤ ਹਰਦਿਆਲ ਜੀ ਜੇ ਕੋਈ ਸਾਰੇ ਹੀ ਕੁਕਰਮ ਕਰੇ ਤੇ ਜੰਝੂ ਉਹਦਾ ਕੀ ਸਵਾਰ ਸਕਦਾ ਹੈ। ਅੰਤ ਦੇ ਸਮੇਂ ਤੱਕ ਦੁਸ਼ਟਤਾਈ ਨੂੰ ਧਾਰਨ ਕਰ ਛੱਡੇ, ਬੁਰੇ ਕਰਮ ਕਰੇ ਤੇ ਫਿਰ ਜੰਝੂ ਉਹਦਾ ਕੀ ਸਵਾਰ ਸਕਦਾ ਹੈ। ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਹੇ ਹੋਏ ਯਥਾਰਥ ਬਚਨ ਕੋਈ ਵੀ ਏਡੇ ਏਡੇ ਵਿਦਵਾਨ ਪੰਡਤਾਂ ਵਿੱਚੋਂ ਕੋਈ ਨਹੀਂ ਬੋਲਿਆ।
ਜਿਵੇਂ ਉਹਨਾਂ ਨੂੰ ਕੋਈ ਗੱਲ ਹੀ ਨਾ ਆਉਂਦੀ ਹੋਵੇ। ਸਨਮੁਖ ਉੱਤਰ ਦੇਤ ਨਾ ਕੋ, ਕੋਈ ਵੀ ਉੱਠ ਕਰਕੇ ਸੱਚੇ ਪਾਤਸ਼ਾਹ ਦੇ ਸਾਹਮਣੇ ਉੱਤਰ ਨਹੀਂ ਦਿੰਦਾ ਏ। ਕਹਿਤ ਸਤ ਸਮਝਤ ਚਿਤ ਸੋ, ਚਿੱਤ ਦੇ ਅੰਦਰ ਸਾਰੇ ਸਮਝ ਰਹੇ ਆ ਇਸ ਗੱਲ ਨੂੰ ਕਿ ਸੱਚਾ ਬਚਨ ਸ੍ਰੀ ਗੁਰੂ ਜੀ ਕਹਿ ਰਹੇ ਹਨ। ਤਦਪ ਸੁਨਨ ਕੀ ਬਚ ਅਬਲਾਖਾ, ਕਾਮੀ ਸਤਿਗੁਰੂ ਜੀ ਦੇ ਬਚਨਾਂ ਦੇ ਸੁਣਨ ਦੀ ਜਿਹੜੀ ਅਬਲਾਖਾ ਇੱਛਾ ਏ। ਪ੍ਰੋਹਤ ਹਰਦਿਆਲ ਇਮ ਭਾਖਾ, ਪੰਡਤ ਹਰਦਿਆਲ ਜੀ ਨੇ ਜੋ ਮਹਾਰਾਜ ਦੇ ਘਰ ਦੇ ਪ੍ਰੋਹਤ ਹਨ, ਉਹ ਫਿਰ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗੇ। ਕੌਣ ਜੰਨੂ ਤੇ ਜਾਏ ਨਾ ਨਰਕਾ, ਕਹਿਣ ਲੱਗੇ ਫਿਰ ਨਾਨਕ ਜੀ ਤੁਸੀਂ ਦੱਸੋ ਇਹੋ ਜਿਹਾ ਕਿਹੜਾ ਜੰਨੂ ਹੈ ਜਿਸ ਜੰਨੂ ਦੇ ਧਾਰਨ ਕਰਨ ਨਾਲ ਨਰਕਾਂ ਵਿੱਚ ਨਹੀਂ ਜਾਈਦਾ। ਜਾਂ ਤੇ ਜਮ ਨਹਿ ਕਰਹਿ ਕੁਤਰਕਾ, ਜਿਸ ਕਰਕੇ ਕਿ ਜਮ ਜਿਹੜਾ ਹੈ ਉਹ ਖੋਟੀ ਤਰਕ ਨਹੀਂ ਕਰ ਸਕਦਾ, ਭਾਵ ਪਕੜ ਨਹੀਂ ਸਕਦਾ ਹੈ। ਤੁਸੀਂ ਦੱਸੋ ਕਿਹੜਾ ਜੰਨੂ ਹੈ ਫਿਰ ਜਿਹੜਾ ਪਰਲੋਕ ਵਿੱਚ ਨਿਭਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਪੰਡਤ ਹਰਦਿਆਲ ਜੀ ਨੇ। ਸੋ ਨਿਜ ਰਸਨਾ ਦੇਹੁ ਸੁਨਾਈ, ਹੁਣ ਕਿਰਪਾ ਕਰਕੇ ਫਿਰ ਆਪਣੀ ਰਸਨਾ ਤੋਂ ਤੁਸੀਂ ਉਹ ਜੰਜੂ ਦੀ ਬਾਬਤ ਸੁਣਾ ਦਿਓ, ਦੱਸ ਦਿਓ। ਸੁਨਨ ਚਾਹ ਸਭ ਔਰ ਹਰ ਖਾਈ, ਤੇ ਸਾਰਿਆਂ ਦੇ ਸੁਣਨ ਦੀ ਚਾਹ ਇੱਛਾ ਹੈ, ਹਿਰਦੇ ਵਿੱਚ ਖੁਸ਼ ਹੋ ਗਏ ਸਾਰੇ ਸੁਣਨ ਵਾਸਤੇ ਕਿ ਵੇਖੀਏ ਫਿਰ ਉਹ ਕਿਹੜਾ ਜੰਜੂ ਹੈ ਜਿਹੜਾ ਪਰਲੋਕ ਵਿੱਚ ਨਾਲ ਨਿਭਦਾ ਏ। ਕਮਲ ਬਦਨ ਪੁਨ ਬਚਨ ਬਖਾਨੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਮਲ ਵਰਗਾ ਖਿੜਿਆ ਹੋਇਆ ਸਤਿਗੁਰਾਂ ਜੀ ਦਾ ਮੁਖਾਰਬਿੰਦ, ਸ੍ਰੀ ਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਿਰ ਬਚਨ ਕਹਿਣਾ ਕੀਤੇ। ਜਿਸ ਜੰਨੂ ਤੇ ਜਨ ਸਨਮਾਨੇ, ਜਿਸ ਜੰਨੂ ਦੇ ਪਾਉਣ ਦੇ ਨਾਲ ਜਿਹੜਾ ਹੈ ਜੀਵ ਦਾ ਪਿਆਰੇ ਦਾ ਸਨਮਾਨ ਹੁੰਦਾ ਹੈ, ਬੜਾ ਸਤਿਕਾਰ ਹੁੰਦਾ ਜਿਸ ਜੰਨੂ ਦੇ ਪਾਉਣ ਨਾਲ ਲੋਕ ਪਰਲੋਕ ਵਿੱਚ। ਸ੍ਰੀ ਮੁਖ ਵਾਕ, ਇਹ ਸੱਚੇ ਪਾਤਸ਼ਾਹ ਦੇ ਸ੍ਰੀ ਮੁਖ ਵਾਕ ਬਚਨ ਹਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਆ ਪੰਡਤ ਹਰਦਿਆਲ ਜੀ ਨੂੰ ਸੱਚਾ ਜੰਨੂ ਮਹਾਰਾਜ ਦੱਸਣ ਲੱਗੇ ਆ। ਦਇਆ ਕਪਾਹ ਸੰਤੋਖ ਸੂਤ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਦਇਆ ਦੀ ਕਪਾਹ ਹੋਵੇ ਪੰਡਤ ਹਰਦਿਆਲ ਜੀ, ਤੇ ਜਿਹੜਾ ਸੰਤੋਖ ਰੱਖਣਾ ਨਾ, ਸਬਰ ਰੱਖਣਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਸੂਤ ਵਟਣਾ ਹੈ। ਜਤ ਗੰਢੀ ਸਤ ਵਟ, ਫਿਰ ਜਿਹੜੀਆਂ ਇੰਦਰੀਆਂ ਨੂੰ ਰੋਕ ਲੈਣਾ ਨਾ ਵਾਸ਼ਨਾਵਾਂ ਤੋਂ, ਵਕਾਰਾਂ ਤੋਂ, ਇਹ ਜਤ ਦੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੰਢਾਂ ਦੇਣੀਆਂ ਹਨ। ਤੇ ਫਿਰ ਜਿਹੜੇ ਸਤ ਪ੍ਰਤੱਗੀ ਹੋਣਾ ਹੈ, ਸਤ ਰੱਖਣਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਤ ਗੰਢੀ ਸਤ ਵਟ, ਇਹ ਸਤ ਪ੍ਰਤੱਗੀ ਹੋਣ ਰੂਪੀ ਜਿਹੜਾ ਵਟ ਹੈ ਉਹ ਚੜਾਉਣਾ ਕਰੋ ਇਸ ਜੰਨੂ ਦੇ ਤਾਈ। ਇਹੋ ਜਨੇਊ ਜੀਅ ਕਾ, ਇਹ ਜਿਹੜਾ ਮਨ ਦਾ ਜੰਨੂ ਹੈ ਨਾ ਪੰਡਤ ਹਰਦਿਆਲ ਜੀ, ਜੇ ਤੁਹਾਡੇ ਕੋਲ ਹਈ ਤਾਂ ਪਾਂਡੇ ਘੱਤ, ਜੇ ਹੈਗਾ ਹੈ ਪੰਡਤ ਜੀ ਤਾਂ ਸਾਡੇ ਘੱਟ ਭਾਵ ਪਾ ਦੇ। ਜੋ ਧਾਗੇ ਦਾ ਜੰਨੂ ਪਕੜ ਕੇ ਪੰਡਤ ਹਰਦਿਆਲ ਜੀ ਅੱਗੇ ਹੋ ਕਰਕੇ ਪਾਉਣ ਲੱਗੇ ਨਾ, ਤੇ ਸ੍ਰੀ ਗੁਰੂ ਜੀ ਨੇ ਕਿਹਾ ਕਿ ਜੇ ਤਾਂ ਇਹੋ ਜਿਹਾ ਜੰਨੂ ਤੁਹਾਡੇ ਕੋਲ ਹੈ ਤਾਂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨ ਦਾ ਜੰਨੂ ਹੈ, ਜਿਹੜਾ ਜੀਵ ਦਾ ਸੂਖਸ਼ਮ ਸਰੀਰ ਦਾ ਅੰਤਸ਼ਕਰਨ ਦਾ ਜੰਨੂ ਹੈ, ਉਹ ਮਹਾਰਾਜ ਕਹਿੰਦੇ ਜਨੇਊ ਹੈ ਤਾਂ ਸਾਡੇ ਪੰਡਤ ਜੀ ਪਾ ਦੇਣਾ ਕਰੋ। ਨਾ ਇਹੋ ਟੁੱਟੈ ਨਾ ਮਲ ਲੱਗੈ, ਮਹਾਰਾਜ ਕਹਿੰਦੇ ਇਹ ਜਿਹੜਾ ਜੰਨੂ ਹੈ, ਜਿਹੜਾ ਦਇਆ ਰੂਪੀ ਕਪਾਹ ਤੋਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੰਤੋਖ ਰੂਪੀ ਸੂਤ ਜਿਹਦਾ ਵਟਿਆ ਗਿਆ ਹੋਵੇ, ਫਿਰ ਜਿਹਨੂੰ ਜਤ ਦੀਆਂ ਗੰਢਾਂ ਦਿੱਤੀਆਂ ਹੋਣ, ਸਤ ਦਾ ਵਟ ਚਾੜਿਆ ਹੋਵੇ, ਨਾ ਇਹ ਟੁੱਟੈ। ਇਹ ਤਾਂ ਮਹਾਰਾਜ ਕਹਿੰਦੇ ਟੁੱਟਦਾ ਨਹੀਂ ਹੈ। ਆ ਜਿਹੜਾ ਧਾਗੇ ਦਾ ਜੰਨੂ ਹੈ ਨਾ ਪੰਡਤ ਜੀ, ਇਹ ਤਾਂ ਟੁੱਟ ਜਾਂਦਾ ਗਲ ਕੇ, ਜਦੋਂ ਨਹਾ ਕੇ ਫਿਰ ਪਾਣੀ ਵਿੱਚ ਰਹਿੰਦਾ ਹੈ ਤੇ ਇਹ ਗਲ ਕੇ ਟੁੱਟ ਜਾਂਦਾ ਹੈ, ਪਰ ਨਾ ਇਹ ਟੁੱਟੈ। ਇਹ ਟੁੱਟਦਾ ਨਹੀਂ ਹੈ ਜੰਨੂ, ਜਿਹੜਾ ਅੰਤਰੀਵ ਜੰਨੂ ਅਸੀਂ ਤੁਹਾਨੂੰ ਸੱਚਾ ਜੰਨੂ ਦੱਸ ਰਹੇ ਹਾਂ ਨਾ, ਇਹ ਨਹੀਂ ਟੁੱਟਦਾ, ਨਾ ਮਨ ਲੱਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਨੂੰ ਜਿਹੜੀ ਆ ਵਿਸ਼ਿਆ ਵਿਕਾਰਾਂ ਦੀ ਮੈਲ ਵੀ ਨਹੀਂ ਲੱਗਦੀ, ਪਾਪਾਂ ਦੀ ਮੈਲ ਵੀ ਨਹੀਂ ਲੱਗਦੀ ਹੈ। ਇਹ ਜਿਹੜਾ ਗਿਆਨ ਦਾ ਜੰਨੂ ਹੈ ਨਾ, ਸੱਚੇ ਪਾਤਸ਼ਾਹ ਕਹਿੰਦੇ ਜਨੇਊ ਨਹੀਂ ਟੁੱਟਦਾ ਏ। ਨਾ ਇਹੋ ਜਲੈ ਨਾ ਜਾਏ, ਤੇ ਨਾ ਹੀ ਇਸ ਪ੍ਰਕਾਰ ਇਹ ਜਲਦਾ ਹੈ ਅੱਗ ਦੇ ਅੰਦਰ, ਕਿਉਂਕਿ ਜਿਹੜਾ ਪ੍ਰਕਾਸ਼ ਹੈ ਉਹ ਕੀ ਜਲ ਸਕਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਦਾ ਜੰਨੂ ਜਿਹੜਾ ਹੈ ਨਾ,
ਇਹ ਜਲਦਾ ਨਹੀਂ। ਅਸਲਾ ਤ੍ਰਿਸ਼ਨਾ ਰੂਪੀ ਅੱਗ ਵਿੱਚ ਵੀ ਨਹੀਂ ਜਲਦਾ ਹੈ ਤੇ ਨਾ ਹੀ ਕਿਤੇ ਇਹ ਜਾਏ ਜਾਂਦਾ ਹੈ, ਇਹ ਸਦਾ ਕੋਲ ਹੀ ਰਹਿੰਦਾ ਏ। ਧਨ ਸੋ ਮਾਨਸ ਨਾਨਕਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਨਸ, ਉਹ ਮਨੁੱਖ ਧਨ ਹੈ ਜੋ ਗਲ ਚੱਲੇ ਪਾਏ। ਜਿਹੜੇ ਆਪਣੇ ਅੰਤःਕਰਣ ਰੂਪੀ ਗਲ ਵਿੱਚ ਪਾ ਕਰਕੇ ਪਰਲੋਕ ਰੂਪੀ ਘਰ ਨੂੰ ਚੱਲਿਆ, ਇਹੋ ਜਿਹਾ ਸੱਚਾ ਜਨੇਊ। ਚੌਪਈ ਸਵੱਛ ਸਿਥਰ ਇਹੋ ਲਖ ਹੋ ਜਨੇਊ। ਮਹਾਰਾਜ ਕਹਿੰਦੇ ਸਵੱਛ ਬਹੁਤ ਜ਼ਿਆਦਾ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਵਿੱਤਰ ਅਤੇ ਸਦਾ ਰਹਿਣ ਵਾਲਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਜਨੇਊ ਹੈ ਨਾ, ਲਖਣਾ ਕਰੋ ਜਾਣਨਾ ਕਰੋ। ਘਰ ਮਹਿ ਪਹਿਰੈ ਵਿਰਲੇ ਕੋ, ਕੋਈ ਵਿਰਲਾ ਹੀ ਹੈ ਪੰਡਤ ਹਰਦਿਆਲ ਜੀ ਜਿਹੜਾ ਗਲ ਵਿੱਚ ਇਹੋ ਜਿਹਾ ਜਨੇਊ ਪਹਿਨਦਾ ਏ। ਜਿਹ ਨਰ ਘਰ ਮਹਿ ਧਾਰਨ ਕੀਨਾ, ਜਿਸ ਮਨੁੱਖ ਨੇ ਆਪਣੇ ਅੰਤःਕਰਣ ਰੂਪੀ ਗਲ ਵਿੱਚ ਇਹੋ ਜਿਹਾ ਜਨੇਊ ਧਾਰਨ ਕੀਤਾ ਏ। ਧਨ ਸੇ ਨਰ ਕੀਨੇ ਦੁਖ ਛੀਨਾ, ਉਹ ਧਨ ਹੈ ਮਨੁੱਖ, ਨੇ ਸਾਰੇ ਆਪਣੇ ਦੁੱਖਾਂ ਨੂੰ ਨਾਸ਼ ਕਰ ਲਿਆ ਏ। ਲੋਕ ਬਹੁਰ ਪਰਲੋਕ ਅਸ਼ੋਕੂ, ਫਿਰ ਮਹਾਰਾਜ ਕਹਿੰਦੇ ਉਹ ਲੋਕ ਵਿੱਚ ਵੀ ਤੇ ਬਹੁਰੋ ਫਿਰ ਪਰਲੋਕ ਵਿੱਚ ਵੀ ਸਦਾ ਹੀ ਆਨੰਦ ਦੇ ਸਹਿਤ ਹੁੰਦੇ ਐ, ਦੁੱਖ ਨਹੀਂ ਉਹਨਾਂ ਦੇ ਨੇੜੇ ਆਉਂਦਾ। ਸਨਮਾਨਿ ਸਭ ਅੰਤਕ ਓਕੂ, ਤੇ ਅੰਤ ਦੇ ਸਮੇਂ ਧਰਮ ਰਾਜੇ ਦੇ ਘਰ ਵਿੱਚ ਵੀ ਉਹਨਾਂ ਦਾ ਫਿਰ ਸਨਮਾਨ ਹੁੰਦਾ, ਸਤਿਕਾਰ ਹੁੰਦਾ ਹੈ। ਉਹਨਾਂ ਨੂੰ ਕੋਈ ਓਏ ਓਏ ਕਹਿ ਕੇ ਨਹੀਂ ਬੁਲਾਉਂਦਾ ਹੈ, ਉਹਨਾਂ ਦਾ ਬੜਾ ਭਾਰੀ ਮਾਣ ਤੇ ਆਦਰ ਹੁੰਦਾ ਹੈ। ਆਸ ਬਿਦ ਕੋ ਜੇ ਹੈ ਤੁਮ ਪਸੂ, ਇਸ ਪ੍ਰਕਾਰ ਦਾ ਹੈ ਤੁਮ ਪਾਸੂ, ਜੇ ਤੁਹਾਡੇ ਪਾਸ ਕੋਲ ਇਹੋ ਜਿਹਾ ਪੰਡਤ ਜੀ ਜਨੇਊ ਹੈ ਤਾਂ। ਘਰ ਮਜ ਪਾਵੋ ਦੁਕ੍ਰਿਤ ਨਾਸੂ, ਮਾਤਰਾ ਨਹੀਂ ਵੇਖ ਕੇ ਪੜ੍ਹਦੇ, ਵੀ ਪੜੋ। ਗੁਰਮਜ ਘਰ ਮਜ ਪਾਵੋ, ਘਰ ਮੁਝ ਪਾਵੋ, ਘਰ ਮੁਝ ਪਾਵੋ ਦੁਕ੍ਰਿਤ ਨਾਸੂ। ਤੇ ਇਹ ਦੁੱਖਾਂ ਨੂੰ ਨਾਸ਼ ਕਰਨ ਵਾਲਾ ਇਹੋ ਜਿਹਾ ਜਨੇਊ ਸਾਡੇ ਗਲ ਵਿੱਚ ਪਾਉਣਾ ਕਰੋ। ਕਰਤ ਸੂਤ ਕੋ ਗ੍ਰੰਥਨ ਪਾਈ, ਤੇ ਇਸ ਪ੍ਰਕਾਰ ਜਿਹੜਾ ਸੂਤ ਨੂੰ ਹੀ ਜਿਹੜਾ ਹੈ ਕਰਕੇ ਇਕੱਠਾ ਤੇ ਸੂਤ ਨਾਲ ਹੀ ਜਿਹੜੀਆਂ ਗੰਢਾਂ ਪਾਈਆਂ ਹਨ। ਜਲ ਜਾਵੇ ਇਹ ਸੰਗ ਨਾ ਜਾਈ, ਇਹ ਸੂਤ ਦੀਆਂ ਗੰਢਾਂ ਵਾਲਾ ਜਨੇਊ ਜਿਹੜਾ ਪੰਡਤ ਜੀ ਜਲ ਜਾਂਦਾ, ਸੜ ਜਾਂਦਾ ਹੈ। ਤੇ ਫਿਰ ਪੜੋ। ਜਲ ਜਾਵੇ ਇਹ ਸੰਗ ਨਾ ਜਾਈ, ਇਹ ਸਾਥ ਨਹੀਂ ਜਾਂਦਾ, ਪਰਲੋਕ ਵਿੱਚ ਨਾਲ ਨਹੀਂ ਨਿਭਦਾ ਏ। ਜਾਨੋ ਕੱਚਾ ਕਾਜ ਸੰਸਾਰੂ, ਇਹ ਕੱਚਾ ਹੀ ਕੰਮ ਹੈ, ਸੰਸਾਰ ਦਾ ਹੀ ਕੇਵਲ ਮਹਾਰਾਜ ਕਹਿੰਦੇ ਇੱਕ ਵਿਖਾਵਾ ਹੀ ਹੈ ਇਹ ਜਨੇਊ ਧਾਰਨ ਕਰਨਾ। ਲੋਕ ਦਿਖਾਵਾ ਕਰਤ ਗਵਾਰੂ, ਗਵਾਰ ਮੂਰਖ ਲੋਕ ਜਿਹੜੇ ਆ ਉਹ ਲੋਕ ਦਿਖਾਵਾ ਹੀ ਕਰਦੇ ਹਨ। ਸੁਨ ਕਰ ਬਚ ਹਰਦਿਆਲ ਰਸਾਲਾ, ਤੇ ਇਹੋ ਜਿਹੇ ਰਸਦਾਇਕ ਬਚਨ ਜਿਹੜੇ ਆ ਪੰਡਤ ਹਰਦਿਆਲ ਜੀ ਸੁਣ ਕਰਕੇ ਪੁਲ ਕਾਬਲ ਤਨ ਹਰਖ ਵਿਸਾਲਾ, ਬਹੁਤ ਪ੍ਰਸੰਨ ਹੋ ਗਿਆ ਚਿੱਤ ਪੰਡਤ ਹਰਦਿਆਲ ਜੀ ਦਾ। ਤੇ ਪੁਲਕਾਤ ਅਵਸਥਾ ਆ ਗਈ, ਸਰੀਰ ਦੇ ਸਾਰੇ ਰੋਮ ਖਿੜ ਗਏ ਆਨੰਦ ਦੇ ਨਾਲ। ਮੈਂ ਪੂਰਬ ਜੋ ਗਿਰਾ ਉਬਾਚੀ, ਤੇ ਸੋਚਦੇ ਪੰਡਤ ਹਰਦਿਆਲ ਜੀ ਕਿ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਪ੍ਰਤੱਖ, ਬਿਨ ਸੰਸੈ ਸੋ ਵੀ ਸਭ ਸਾਚੀ, ਬਿਨਾਂ ਹੀ ਸੰਸੇ ਤੋਂ ਸਾਰੀ ਗੱਲ ਸੱਚੀ ਹੋ ਗਈ। ਸ੍ਰੀ ਗੁਰੂ ਜੀ ਜਗਤ ਦਾ ਭਲਾ ਕਰਨ ਲਈ ਸੰਸਾਰ ਵਿੱਚ ਆਏ ਹੈ। ਸੱਚ ਬਾਤ ਹੈ ਕਿ ਇਹ ਸਾਰੀ ਕਾਇਨਾਤ ਦੇ ਮਾਲਕ ਹਨ। ਲੱਖ ਹੈ ਵਿਰਲੇ ਬਹੁ ਅਣਜਾਨਾ, ਤੇ ਲਖਣਗੇ ਜਾਣਨਗੇ ਵਿਰਲੇ, ਬਹੁਤੇ ਅਣਜਾਣ ਹੀ ਰਹਿਣਗੇ ਸਤਿਗੁਰੂ ਜੀ ਦੀ ਮਹਿਮਾ ਤੋਂ। ਜਿਹ ਬਚ ਸੁਨ ਮਮ ਮਨ ਠਹਿਰਾਨਾ, ਜਿਨ੍ਹਾਂ ਦੇ ਬਚਨ ਸੁਣ ਕਰਕੇ ਮੇਰਾ ਮਨ ਠਹਿਰ ਗਿਆ ਹੈ, ਫੁਰਨਿਆਂ ਤੋਂ ਹਟ ਗਿਆ, ਫੁਰਨਿਆਂ ਤੋਂ ਮਨ ਰੁਕ ਗਿਆ। ਜਿਨ੍ਹਾਂ ਦੇ ਬਚਨ ਸੁਣ ਕਰਕੇ ਉਹ ਪੰਡਤ ਹਰਦਿਆਲ ਜੀ ਮਨ ਦੇ ਅੰਦਰ ਬੜੀ ਪ੍ਰੀਤ ਤੇ ਸ਼ਰਧਾ ਕਰਦੇ ਐ। ਹਉ ਸੋ ਕਿਰਤਾਰਥ ਬੰਸ ਸਮੇਤਾ, ਮੈਂ ਸਾਰੀ ਵੰਸ਼ ਦੇ ਸਮੇਤ ਹੀ ਕਰਤਾਰਥ ਹੋ ਗਿਆ। ਮੇਰਾ ਇਹ ਭਲਾ ਸਤਿਗੁਰੂ ਜੀ ਕਰ ਦੇਣਗੇ। ਭਾ ਯਜਮਾਨ ਬ੍ਰਹਮੰਡ ਨਕੇਤਾ, ਜਿਨ੍ਹਾਂ ਦਾ ਬ੍ਰਹਮੰਡ ਰੂਪੀ ਘਰ ਹੈ, ਐਸੇ ਨਿਰੰਕਾਰ ਮੇਰੇ ਜਜਮਾਨ ਹੈ। ਇਉਂ ਪੰਡਤ ਹਰਦਿਆਲ ਜੀ ਨੂੰ ਬੜੀ ਖੁਸ਼ੀ ਹੋ ਰਹੀ, ਬੜਾ ਮਨ ਦੇ ਅੰਦਰ ਪ੍ਰਸੰਨ ਹੋ ਰਹੇ ਹੈ ਕਿ ਸ੍ਰੀ ਗੁਰੂ ਜੀ ਦੇ ਘਰ ਦਾ ਮੈਂ ਪੁਰੋਹਿਤ ਹਾਂ। ਇਹ ਤਾਂ ਮੇਰੇ ਵਾਸਤੇ ਬੜੀ ਵੱਡੀ ਵਡਿਆਈ ਵਾਲੀ ਗੱਲ ਹੈ। ਆਨੰਦ ਮਗਨ ਮੁਖ ਬੋਲ ਨਾ ਆਵਾ, ਆਨੰਦ ਦੇ ਅੰਦਰ ਪੰਡਤ ਹਰਦਿਆਲ ਜੀ ਬਹੁਤ ਜ਼ਿਆਦੇ ਵਿਸਮਾਦ ਵਿੱਚ ਚਲੇ ਗਏ ਤੇ ਮੁਖ ਤੋਂ ਕੋਈ ਬੋਲ ਨਹੀਂ ਪੰਡਤ ਜੀ ਨੂੰ ਫਿਰ ਆਇਆ। ਜਦੋਂ ਸਤਿਗੁਰਾਂ ਜੀ ਨੇ
ਇਹ ਸ਼ਬਦ ਆਪਣੇ ਸ਼੍ਰੀ ਮੁਖ ਤੋਂ ਕਿਹਾ। ਸੁਨਨ ਬਚਨ ਮਨ ਰੁਚ ਉਪਜਾਵਾ। ਤੇ ਬਚਨ ਸੁਣਨ ਵਾਸਤੇ ਮਨ ਦੇ ਅੰਦਰ ਇੱਛਾ ਜਿਹੜੀ ਹੈ ਉਹ ਪੈਦਾ ਹੋਈ ਹੈ। ਅਨਤ ਜੇ ਦਵਿਜ ਬੈਸੇ ਸੁਭ ਨੀਤੀ। ਜਿਹੜੇ ਹੋਰ ਸਾਰੇ ਬੜੇ ਸਮਝ ਵਾਲੇ ਸਿਆਣੇ ਜਿਹੜੇ ਪੰਡਤ ਬੈਠੇ ਹੋਏ ਹਨ, ਉਹ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹੁਣ ਪ੍ਰਸ਼ਨ ਕਰਨ ਲੱਗੇ ਐ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਸਾਰੇ ਪ੍ਰਸ਼ਨ ਕਰਦੇ ਐ, ਹਜੂਰ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇਣਗੇ। ਸ਼੍ਰੀ ਮੁਖਵਾਕ ਮਹਾਰਾਜ ਜੀ ਦੀ ਬਾਣੀ ਦੇ ਰੂਪ ਵਿੱਚ ਉੱਤਰ ਆਉਣਗੇ। ਕਵੀਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਉੱਤਰ ਦਿੱਤੇ ਐ, ਉਹਨਾਂ ਸ਼ਬਦਾਂ ਦਾ ਟੀਕਾ ਅਰਥ ਵੀ ਨਾਲ ਨਾਲ ਕਰਦੇ ਹੋਏ ਦੱਸਣਗੇ। ਜਿਵੇਂ ਅੱਗੇ ਪ੍ਰਸੰਗ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹਾਂਜੀ ਪੜੋ। ਸੋ ਬੋਲੇ ਲਖ ਪਾਛਲ ਰੀਤੀ। ਤੇ ਉਹ ਪਿਛਲੀ ਰੀਤੀ ਮਰਿਆਦਾ ਨੂੰ ਲਖ ਕਰਕੇ ਜਾਣ ਕਰਕੇ ਇਉਂ ਬੋਲੇ ਐ। ਸਤਿਗੁਰੂ ਜੀ ਨੂੰ ਬਚਨ ਜਿਹੜੇ ਆ ਉਹਨਾਂ ਨੇ ਪੁੱਛਣ ਲੱਗੇ ਆ। ਹੁਣ ਸਤਿਗੁਰੂ ਜੀ ਨੂੰ ਜਿਵੇਂ ਉਹ ਆਪਣੇ ਵੇਦਾਂ ਦੀ ਰੀਤ ਮੁਤਾਬਕ, ਛਤਰੀ ਧਰਮ ਮੁਤਾਬਕ ਜਿਵੇਂ ਸਤਿਗੁਰੂ ਜੀ ਨੂੰ ਆਖਣਗੇ, ਉਹਨਾਂ ਦਾ ਇੱਕ ਇੱਕ ਪ੍ਰਸ਼ਨ ਦਾ ਉੱਤਰ ਸਤਿਗੁਰੂ ਜੀ ਜਿਵੇਂ ਦੇ ਕਰਕੇ ਪਖੰਡ ਦਾ ਨਾਸ਼ ਕਰਨਗੇ। ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ। ਅਨਤ ਜੇ ਦਵਿਜ ਬੈਸੇ ਸੁਭ ਨੀਤੀ। ਸੋ ਬੋਲੇ ਲਖ ਪਾਛਲ ਰੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे हह पी होवन हार। हे संत कै सदा संग निधारा आधार। हे ठाकुर हूँ दासुर मैं निर्गुण गुण नहीं कोय। नानक दीजा नाम दान राखो हिया परोय। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो श्रद्धा कर सेवंदे गुर पार उतारन हार। कथानता प्रत होत है सुनो सो सिंह सुजान। नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।